ਅਮ੍ਰਿਤਾ ਪ੍ਰੀਤਮ ਦਾ ਨਾਵਲ ਉਰਮੀ ਦਾ ਤੀਸਰਾ ਭਾਗ। ਮੈਂ ਗੌਤਮ ਦੇ ਘਰ ਵੱਲ ਤੁਰ ਪਿਆ ਨਹੀਂ, ਉੱਠ ਕੇ ਦੌੜ ਜਿਹਾ ਪਿਆ। ਉਹ ਘਰ ਨਹੀਂ ਸੀ, ਪਤਾ ਨਹੀਂ ਕਿੱਥੇ ਸੀ। ਉੱਥੇ ਸਾਈਂ ਬਾਬਾ ਕੋਲ ਜਾਂਦਾ ਹੁੰਦਾ ਸੀ, ਪਰ ਹੁਣ ਤਾਂ ਉਹ ਵੀ ਉੱਥੇ ਨਹੀਂ ਸੀ। ਗੌਤਮ ਕਿੱਥੇ ਚਲਾ ਗਿਆ? ਉਹਦੀ ਗਲੀ ਦੇ ਮੋੜ ਉੱਤੇ ਇੱਕ ਤੰਦੂਰ ਹੈ, ਉਹ ਸ਼ਾਇਦ ਉੱਥੇ ਹੋਵੇ। ਇਹੋ ਸੋਚਦਾ ਮੈਂ ਉੱਥੇ ਗਿਆ। ਮੈਨੂੰ ਵੇਖ ਕੇ ਉਹ ਤੰਦੂਰ ਵਾਲਾ ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ ਆਖਣ ਲੱਗਾ, ਬਾਊ ਜੀ, ਤੁਹਾਡੇ ਦੋਸਤ ਬਾਊ ਜੀ ਨੂੰ ਪਤਾ ਨਹੀਂ ਕੀ ਹੋ ਗਿਆ। ਪਰਸੋਂ ਦੇ ਉਹ ਗਲੀ ਦੇ ਪਿਛਵਾੜੇ ਵਾਲੇ ਕਿੱਕਰ ਹੇਠਾਂ ਜਾ ਕੇ ਬਹਿ ਰਹਿੰਦੇ ਨੇ। ਕਿੱਕਰ ਹੇਠਾਂ? ਏਡੀ ਠੰਡ 'ਚ? ਆਖਦਾ ਮੈਂ ਗਲੀ ਦੇ ਪਿਛਵਾੜੇ ਕਿੱਕਰ ਨੂੰ ਤੇ ਗੌਤਮ ਨੂੰ ਲੱਭਣ ਚਲਾ ਗਿਆ। ਗੌਤਮ ਲੋਹੇ ਦੀ ਬੁੱਕਲ ਮਾਰ ਕੇ ਸੱਚੀ ਮੁੱਚੀ ਕਿੱਕਰ ਹੇਠਾਂ ਬੈਠਾ ਹੋਇਆ ਸੀ। ਉਹਦੀਆਂ ਅੱਖਾਂ ਬੰਦ ਸਨ, ਇਸ ਲਈ ਉਹਨੇ ਮੈਨੂੰ ਕੋਲ ਆਉਂਦੇ ਨੂੰ ਨਹੀਂ ਵੇਖਿਆ। ਮੈਂ ਚੁੱਪਚਾਪ ਉਹਦੇ ਕੋਲ ਜਾ ਖਲੋਤਾ। ਹਾਏ ਰੱਬ ਵੇ! ਅੱਖਾਂ ਮੀਟ ਕੇ ਉਹ ਕੀ ਪੜ੍ਹਦਾ ਪਿਆ ਸੀ? ਬਿਸਮਿल्ला अरर हसमान अरर रहीम, सात चक्कर की बावड़ी, गले मोतियन का हार, लंका सी कोट समुंदर सी खाई, जहाँ फिरे मोहम्मदा बीर दी दुहाई। कौन बीर आगे चले? सुलेमान बीर चले, दुरानी बीर चले, नादर शाह बीर चले, मुट्ठी चले नहीं तो हजरत सुलेमान की सात दुहाई। मैं गौतम ਨੂੰ ਝੰਜੋੜ ਕੇ ਹਿਲਾਇਆ। ਮੂੰਹ ਨਿਕਲਿਆ, ਤੂੰ ਕਿਹੜੇ ਪਾਸੇ ਤੁਰ ਪਿਆ ਗੌਤਮ? ਇੱਕ ਤਾਂ ਉਰਮੀ ਪਤਾ ਨਹੀਂ ਕਿਹੜੇ ਪਾਸੇ ਤੁਰ ਗਈ, ਇੱਕ ਤੂੰ। ਇਹ ਮੁੱਠੀ ਪੀਰ ਦੀ ਚੌਂਕੀ ਏ। ਗੌਤਮ ਨੂੰ ਸ਼ਾਇਦ ਮੇਰੇ ਵਿਘਨ ਪਾਉਣ 'ਤੇ ਗੁੱਸਾ ਆਇਆ। ਕਹਿਣ ਲੱਗਾ, ਤੂੰ ਮੈਨੂੰ 30 ਦਿਨ ਕੁਝ ਨਾ ਆਖ, ਮੈਂ ਕਿੱਕਰ ਹੇਠਾਂ ਬਹਿ ਕੇ 10,000 ਵਾਰੀ ਇਹ ਚੌਂਕੀ ਪੜ੍ਹਨੀ ਹੈ। ਨਾਲੇ ਰੋਣ ਆਇਆ, ਨਾਲੇ ਗੁੱਸਾ ਆਇਆ। ਇਹ 10 ਲੱਖ ਵਾਰੀ ਪੜ੍ਹਿਆਂ ਵੀ ਕੁਛ ਨਹੀਂ ਬਣਨਾ ਗੌਤਮ, ਹੋਸ਼ ਕਰ। ਆ ਅਸੀਂ ਸੱਚ ਦਾ ਆਖ ਕੇ ਇੱਕ ਵਾਰੀ ਫਿਰ ਚੱਬ ਲਈਏ। ਗੌਤਮ ਨੂੰ ਮੇਰੀ ਗੱਲ ਸੁਣੀ ਕਿ ਵੀ ਨਹੀਂ ਸੁਣੀਂਦੀ ਪਈ। ਗੌਤਮ ਨੂੰ ਮੇਰੀ ਗੱਲ ਸੁਣੀ ਕਿ ਵੀ ਨਹੀਂ ਸੀ ਸੁਣੀਂਦੀ ਪਈ। ਆਖਣ ਲੱਗਾ, ਸਾਈਂ ਬਾਬਾ ਪਤਾ ਨਹੀਂ ਕਿੱਥੇ ਲੋਪ ਹੋ ਗਿਆ। ਮੇਰੇ ਉਹ ਮੰਤਰ ਵਿੱਚ ਹੀ ਰਹਿ ਗਏ। ਇੱਕ ਮੁਸਲਮਾਨ ਫਕੀਰ ਨੇ ਮੈਨੂੰ ਮੰਤਰ ਦਿੱਤਾ ਹੈ। ਉਸ ਦਿਨ ਮੈਂ ਗੌਤਮ ਨੂੰ ਕੁਝ ਨਹੀਂ ਸੀ ਦੱਸਿਆ, ਅੱਜ ਦੱਸਿਆ। ਤੇਰੇ ਸਾਈਂ ਬਾਬਾ ਦੇ ਕੰਨ 'ਚ ਮੈਂ ਪੁਲਿਸ ਦਾ ਨਾਂ ਲਿਆ ਤੇ ਉਹ ਰਾਤੋਂ ਰਾਤ ਦੌੜ ਗਿਆ। ਮੈਂ ਤੇਰੇ ਇਸ ਮੁੱਠੀ ਪੀਰ ਨੂੰ ਵੀ ਨਸਾ ਦਿਆਂਗਾ। ਸਾਈਂ ਬਾਬਾ ਨੂੰ ਤੂੰ ਉਸ ਦਿਨ ਕੰਨ 'ਚ ਇਹੋ ਕਿਹਾ ਸੀ? ਗੌਤਮ ਹੈਰਾਨ ਪਰੇਸ਼ਾਨ ਮੇਰੇ ਮੂੰਹ ਵੱਲ ਤੱਕਣ ਲੱਗਿਆ। ਦੁੱਖਾਂ ਨਾਲ ਮੱਤ ਮਾਰੀ ਜਾਂਦੀ ਹੈ ਗੌਤਮ। ਲੋਕਾਂ ਨੂੰ ਜੇ ਕੋਈ ਜ਼ਿੰਦਗੀ 'ਚ ਰਾਹ ਲੱਭਦੇ ਹੋਣ, ਉਹ ਇਸ ਤਰ੍ਹਾਂ ਕਿਉਂ ਭਟਕਣ? ਉਹ ਤਾਂ ਵਿਚਾਰੇ ਲੋਕ ਦੁਨੀਆ ਦਾ ਨਾ ਕੁਝ ਜਾਣਦੇ ਨੇ ਨਾ ਬੁੱਝਦੇ, ਪਰ ਤੂੰ, ਸਾਨੂੰ ਵੀ ਤਾਂ ਕੋਈ ਹੋਰ ਰਾਹ ਨਹੀਂ ਲੱਭਦਾ। ਗੌਤਮ ਨੇ ਨਿਰਾਸ਼ ਜਿਹੇ ਨੇ ਆਖਿਆ। ਉਹ ਜਿਉਂਦੀ ਹੁੰਦੀ ਤਾਂ ਕੋਈ ਰਾਹ ਹੁੰਦਾ, ਮੈਂ ਆਖਿਆ, ਤੇ ਗੌਤਮ ਦਾ ਹੱਥ ਫੜ ਕੇ ਉਹਨੂੰ ਕਿੱਕਰ ਹੇਠੋਂ ਉਠਾ ਕੇ ਉਹਦੇ ਕਮਰੇ 'ਚ ਲੈ ਆਇਆ। ਸੋਨੇ ਦੇ ਕੜਿਆਂ ਵਾਲੀ ਸਾਰੀ ਗੱਲ ਸੁਣਾਈ ਤਾਂ ਗੌਤਮ ਦਾ ਬੜੇ ਦਿਨ ਦਾ ਡੱਕਿਆ ਹੋਇਆ ਰੋਣ ਨਿਕਲ ਗਿਆ। ਉਹਦੀਆਂ ਬਾਹਾਂ ਨੇ ਇਸ ਤਰ੍ਹਾਂ ਤੜਪ ਕੇ ਕੋਲ ਪਈ ਹੋਈ ਮੰਜੀ ਨੂੰ ਹੱਥ ਪਾਇਆ ਜਿਵੇਂ ਉਰਮੀ ਦੇ ਪਿੰਡੇ ਉੱਤੇ ਵੱਜੀ ਹੋਈ ਕੁਹਾੜੀ ਦੀ ਸਗਵੀਂ ਪੀੜ ਇਸ ਵੇਲੇ ਉਹਨੂੰ ਹੋ ਰਹੀ ਹੋਵੇ। ਗੌਤਮ ਜਿੰਨਾ ਰੋ ਸਕਦਾ ਸੀ, ਮੈਂ ਸੋਚ ਰਿਹਾ ਸੀ ਰੋ ਲਵੇ। ਬੜੇ ਦਿਨਾਂ ਤੋਂ ਉਹਨੇ ਜੰਤਰਾਂ ਮੰਤਰਾਂ ਦੇ ਸਹਾਰੇ ਜਿਹੜਾ ਰੋਣ ਡੱਕਿਆ ਹੋਇਆ ਸੀ, ਉਹਦੇ ਅੰਦਰੋਂ ਪਾਕ ਵਾਂਗੂ ਨਿਕਲ ਜਾਏ, ਇਸ ਲਈ ਮੈਂ ਚੁੱਪ ਉਹਦੇ ਕੋਲ ਬੈਠਾ ਰਿਹਾ। ਗੌਤਮ ਮਨ ਦੇ ਇਸ ਵੇਗ 'ਚ ਮੰਜੀ ਦੀ ਬਾਹੀ ਨਾਲ ਸਿਰ ਚੁੱਕ ਕੇ ਉੱਠਿਆ। ਉਹਨੇ ਕੰਧ ਦੀ ਅਲਮਾਰੀ ਨੂੰ ਖੋਲ੍ਹ ਕੇ ਅਲਮਾਰੀ ਦੇ ਕੁੱਲ ਕੱਪੜਿਆਂ ਨੂੰ ਇੰਝ ਬਾਹਾਂ 'ਚ ਘੁੱਟ ਲਿਆ ਜਿਵੇਂ ਉਹਨਾਂ ਕੱਪੜਿਆਂ ਦੇ ਗਲ ਲੱਗ ਕੇ ਰੋ ਰਿਹਾ ਹੋਵੇ। ਉਰਮੀ ਦੇ ਕੱਪੜਿਆਂ ਵਾਲੀ ਇਹ ਅਲਮਾਰੀ ਅੱਜ ਉਹਨੇ ਸ਼ਾਇਦ ਪਹਿਲੀ ਵਾਰ ਖੋਲ੍ਹੀ ਸੀ। ਗੁਲਾਬੀ ਰੰਗ ਦੀ ਉੱਨ ਦੇ ਇੱਕ ਨਿੱਕੇ ਜਿਹੇ ਸਵੈਟਰ ਦੀਆਂ ਬਾਹਾਂ ਜਿਵੇਂ ਅਲਮਾਰੀ ਦੇ ਖਾਨੇ 'ਚੋਂ ਬਾਹਰ ਵੱਲ ਬਾਹਾਂ ਅੱਡਦੀਆਂ ਪਈਆਂ ਸਨ। ਮੇਰੇ ਮੱਥੇ 'ਚ ਜ਼ੋਰ ਦੀ ਪੀੜ ਹੋਣ ਲੱਗ ਪਈ। ਨਾਲ ਹੀ ਕੁਝ ਯਾਦ ਆਇਆ। ਮੇਰੇ ਮੂੰਹੋਂ ਕੁਝ ਬੋਲਿਆ ਨਹੀਂ। ਉਹੀ ਗੱਲ ਉਸੇ ਵੇਲੇ ਗੌਤਮ ਨੂੰ ਯਾਦ ਆਈ। ਕਹਿਣ ਲੱਗਾ, ਇੱਕ ਦਿਨ ਉਰਮੀ ਜਦੋਂ ਇਹ ਸਵੈਟਰ ਉਣਦੀ ਪਈ ਸੀ, ਤੈਨੂੰ ਯਾਦ ਏ? ਹਾਂ ਯਾਦ ਏ। ਉਸ ਦਿਨ ਅਸੀਂ ਬਹੁਤ ਹੱਸੇ ਸੀ। ਹਾਂ, ਉਰਮੀ ਵੀ ਬਹੁਤ ਹੱਸੀ ਸੀ। ਉਸੇ ਨੇ ਆਖਿਆ ਸੀ, ਬ੍ਰਹਸਪਤ ਦੀ ਔਰਤ ਤਾਰਾ ਨੂੰ ਜਦੋਂ ਚੰਦਰਮਾ ਉਧਾਲ ਕੇ ਲੈ ਗਿਆ ਤਾਂ ਇਸ ਗੱਲ 'ਤੇ ਬਹੁਤ ਵੱਡੀ ਲੜਾਈ ਛਿੜੀ। ਕੀ ਪਤਾ ਹੁਣ ਵੀ ਕੋਈ ਲੜਾਈ ਛਿੜ ਪਵੇ। ਮੈਨੂੰ ਉਸ ਦਿਨ ਵਾਲਾ ਹਾਸਾ ਅੱਖਰ ਚੇਤੇ ਸੀ। ਆਖਿਆ, ਉਸ ਦਿਨ ਮੈਂ ਕੋਲੋਂ ਆਖਿਆ ਸੀ ਕਿ ਉਸ ਲੜਾਈ 'ਚ ਚੰਦਰਮਾ ਦੇ ਪਾਸੇ ਸ਼ਿਵ ਸੀ ਤੇ ਬ੍ਰਹਸਪਤ ਦੇ ਪਾਸੇ ਇੰਦਰ। ਹੁਣ ਜੇ ਗੌਤਮ ਤੇ ਕੀਨੀਆ ਵਾਲੇ 'ਚ ਲੜਾਈ ਛਿੜੀ ਤਾਂ ਗੌਤਮ ਵਾਲੇ ਪਾਸੇ ਮੈਂ ਹੋਵਾਂਗਾ, ਕੀਨੀਆ ਵਾਲੇ ਦੀ ਸਹਾਇਤਾ ਲਈ ਸਾਡਾ ਪਿਓ ਹੋਏਗਾ।
ਉਰਮੀ ਹੱਸਦੀ ਰਹੀ ਤੇ ਇਹ ਸਵੈਟਰ ਉਣਦੀ ਰਹੀ। ਆਖਦੀ ਸੀ, ਜੇ ਲੜਾਈ 'ਚ ਜਿੱਤ ਕੇ ਉਹ ਮੈਨੂੰ ਤਾਰਾ ਵਾਂਗ ਵਾਪਸ ਵੀ ਖੋ ਕੇ ਲੈ ਗਏ ਤਾਂ ਵੀ ਗੌਤਮ ਦਾ ਪੁੱਤਰ ਤਾਂ ਗੌਤਮ ਨੂੰ ਦੇ ਜਾਣਗੇ, ਜਿਵੇਂ ਚੰਦਰਮਾ ਦਾ ਪੁੱਤਰ ਚੰਦਰਮਾ ਨੂੰ ਦੇ ਗਏ ਸੀ। ਗੌਤਮ ਨੇ ਸਵੈਟਰ ਨੂੰ ਮੁੱਠਾਂ 'ਚ ਪੀਚ ਲਿਆ ਤੇ ਵਿਲਕ ਪਿਆ। ਇਹਨਾਂ ਤਾਂ ਸਾਡੇ ਨਾਲ ਧੋਖੇ ਦੀ ਲੜਾਈ ਲੜੀ। ਲੜਨਾ ਸੀ ਤਾਂ ਸਿੱਧੇ ਹੱਥੀਂ ਲੜਦੇ। ਤੇ ਫਿਰ ਕੱਪੜਿਆਂ ਨੂੰ ਸਾਰੀ ਮੰਜੀ ਉੱਤੇ ਖਿਲਾਰ ਕੇ ਗੌਤਮ ਨੇ ਮੇਰੀ ਬਾਂਹ ਝੂਣੀ। ਇੱਕ ਵਾਰੀ ਉਹਨੂੰ ਪੁੱਛ ਤਾਂ ਸਹੀ, ਉਹਨੇ ਪਿਓ ਹੋ ਕੇ ਇਹ ਕੀ ਕੀਤਾ? ਕਿਹਨੂੰ ਪੁੱਛਾਂ ਗੌਤਮ? ਮੈਂ ਪਿਓ ਦੀ ਹਾਲਤ ਉਹਨੂੰ ਉਸ ਦਿਨ ਪਹਿਲੀ ਵਾਰ ਦੱਸੀ। ਜਦੋਂ ਉਹਨੂੰ ਮੇਰੀ ਆਵਾਜ਼ ਸੁਣੀਂਦੀ ਸੀ, ਉਹਨੇ ਉਦੋਂ ਨਾ ਕੁਛ ਦੱਸਿਆ। ਹੁਣ ਤਾਂ ਉਹਨੂੰ ਸੁਣੀਂਦਾ ਹੀ ਕੁਝ ਨਹੀਂ। ਚਾਚਾ ਜੀ ਦਾ ਖੱਤ ਆਇਆ। ਉਹਨਾਂ ਦੀ ਛੁੱਟੀ ਖਤਮ ਹੋਣ ਵਾਲੀ ਸੀ, ਇਸ ਲਈ ਮੈਨੂੰ ਇੱਕ ਦਿਨ ਵਾਸਤੇ ਪਿੰਡ ਬੁਲਾਇਆ ਸੀ। ਰਾਤ ਦੀ ਗੱਡੀ ਚਲਾ ਗਿਆ। ਦੂਸਰੇ ਦਿਨ ਐਤਵਾਰ ਸੀ, ਛੁੱਟੀ ਲੈਣ ਦੀ ਲੋੜ ਨਹੀਂ ਸੀ। ਪਤਾ ਨਹੀਂ ਕਾਹਦੇ ਲਈ ਬੁਲਾਇਆ ਸੀ। ਪਿੰਡ 'ਚ ਸਾਡੀ ਕੋਈ ਖੇਤੀ ਵਾਲੀ ਜ਼ਮੀਨ ਨਹੀਂ ਸੀ ਜਿਹਦੀ ਮੈਨੂੰ ਸੌਂਪਣਾ ਕਰਨੀ ਹੋਵੇ, ਤੇ ਪਿਤਾ ਜੀ ਮੁੱਢ ਤੋਂ ਸਕੂਲ ਮਾਸਟਰ ਰਹੇ ਸੀ ਤੇ ਚਾਚਾ ਜੀ ਫੌਜ 'ਚ ਭਰਤੀ ਹੋ ਗਏ ਸੀ। ਸਾਰੀ ਉਮਰ ਦੀ ਕਮਾਈ ਨਾਲ ਉਹਨਾਂ ਰਲ ਕੇ ਅੰਬਾਂ ਦੇ ਬਗੀਚੇ ਖਰੀਦੇ ਸਨ ਜੋ ਠੇਕੇ ਉੱਤੇ ਦਿੱਤੇ ਹੋਏ ਸਨ, ਤੇ ਰੋਟੀ ਦਾ ਗੁਜ਼ਾਰਾ ਚੱਲਦਾ ਪਿਆ ਸੀ। ਘਰ ਪਹੁੰਚਿਆ ਤਾਂ ਚਾਚਾ ਜੀ ਉੱਥੇ ਨਹੀਂ ਸਨ। ਅਸਲੋਂ ਸੁੰਨ ਸਮਾਧੀ ਜਿਹੀ ਹਾਲਤ ਸੀ। ਮਾਂ ਹੈ ਸੀ, ਪਿਓ ਵੀ ਉੱਥੇ ਸੀ, ਪਰ ਮਿੱਟੀ ਦੀਆਂ ਮੂਰਤਾਂ ਵਾਂਗ। ਮਾਂ ਅੱਗੇ ਹੀ ਘੱਟ ਬੋਲਦੀ ਸੀ, ਹੁਣ ਅਸਲੋਂ ਗੂੰਗਿਆਂ ਵਾਂਗ ਬੈਠੀ ਸੀ। ਪਤਾ ਲੱਗਾ ਪਿਤਾ ਜੀ ਨੂੰ ਕੋਈ ਫਰਕ ਨਹੀਂ ਸੀ ਪਿਆ। ਉਹਨਾਂ ਨੂੰ ਭਾਵੇਂ ਕੋਈ ਦੱਬ ਕੇ ਬੂਹਾ ਖੜਕਾਉਂਦਾ ਰਵੇ ਤਾਂ ਵੀ ਖੜਾਕ ਨਹੀਂ ਸੀ ਸੁਣਾਈ ਪੈਂਦਾ। ਚਾਚਾ ਜੀ ਦਾ ਘਰ ਬਹੁਤ ਨੇੜੇ ਨਹੀਂ ਸੀ, ਪਰ ਤਾਂ ਵੀ ਦੂਰ ਨਹੀਂ ਸੀ। ਗੱਡੀ ਦਾ ਵੇਲਾ ਵੀ ਉਹਨਾਂ ਨੂੰ ਪਤਾ ਸੀ। ਝਟ ਕੁ ਖਲੋਤਾ ਹੀ ਸੀ ਕਿ ਉਹ ਆ ਗਏ। ਮਾਂ ਉੱਠ ਕੇ ਚੁੱਲ੍ਹੇ ਕੋਲ ਆਉਣ ਬੈਠੀ ਸੀ, ਪਰ ਉਹਦੇ ਕੋਲੋਂ ਘੜੀ ਮੁੜੀ ਨਹੀਂ ਸੀ ਉੱਠਿਆ ਜਾ ਰਿਹਾ। ਉਹ ਇਸ਼ਾਰੇ ਨਾਲ ਕੋਈ ਭਾਂਡਾ ਜਾਂ ਲੱਕੜ ਮੰਗਦੀ, ਪਿਤਾ ਜੀ ਉੱਠ ਕੇ ਉਹਨੂੰ ਫੜਾ ਦਿੰਦੇ। ਇੱਕ ਅਜੀਬ ਗੱਲ ਵੇਖੀ। ਮਾਂ ਨੇ ਦੁੱਧ ਤੱਤਾ ਕਰਨ ਲਈ ਛੋਟੀ ਪਤੀਲੀ ਮੰਗੀ। ਪਿਤਾ ਜੀ ਨੇ ਉੱਠ ਕੇ ਪਹਿਲੋਂ ਗੜਵੀ ਵਿੱਚੋਂ ਹੱਥ ਧੋਤੇ, ਫਿਰ ਪਤੀਲੀ ਫੜਾਤੀ। ਫਿਰ ਉਹਨੇ ਚਾਹ ਦਾ ਪਾਣੀ ਰੱਖਣ ਲਈ ਇੱਕ ਹੋਰ ਪਤੀਲੀ ਮੰਗੀ। ਪਿਤਾ ਜੀ ਨੇ ਫਿਰ ਗੜਵੀ ਦੇ ਪਾਣੀ 'ਚੋਂ ਹੱਥ ਧੋਤੇ, ਇੱਕ ਪਤੀਲੀ ਫੜਾਤੀ। ਫਿਰ ਉਹਨੇ ਇਸ਼ਾਰੇ ਨਾਲ ਇੱਕ ਲੱਕੜ ਮੰਗੀ। ਪਿਤਾ ਜੀ ਨੇ ਫਿਰ ਪਾਣੀ ਨਾਲ ਹੱਥ ਧੋਤੇ, ਉਹਨੂੰ ਇੱਕ ਲੱਕੜ ਫੜਾ ਦਿੱਤੀ। ਫਿਰ ਉਹਨੇ ਚਾਹ ਲਈ ਗਲਾਸ ਮੰਗੇ। ਪਿਤਾ ਜੀ ਨੇ ਫਿਰ ਪਾਣੀ ਨਾਲ ਹੱਥ ਧੋਤੇ, ਗਲਾਸ ਪਰਛੱਤੀ ਤੋਂ ਲਾ ਕੇ ਉਹਦੇ ਅੱਗੇ ਰੱਖਤੇ। ਮੈਂ ਘਬਰਾ ਕੇ ਚਾਚਾ ਜੀ ਵੱਲ ਤੱਕਣ ਲੱਗ ਪਿਆ। ਮੈਂ ਤੈਨੂੰ ਇਸੇ ਲਈ ਬੁਲਾਇਆ ਹੈ। ਇੱਧਰੋਂ ਭਰਾ ਨੂੰ ਰੋਜ਼ ਪਤਾ ਨਹੀਂ ਕੀ ਹੁੰਦਾ ਜਾਂਦਾ ਹੈ, ਉੱਧਰੋਂ ਮੇਰੀ ਛੁੱਟੀ ਮੁੱਕਦੀ ਪਈ ਏ। ਇਹਦਾ ਅਸੀਂ ਕੀ ਕਰੀਏ? ਚਾਚਾ ਜੀ ਨੇ ਮੂਹੜੇ 'ਤੇ ਬਹਿੰਦਿਆਂ ਆਖਿਆ। ਤਾਂ ਮੈਂ ਹੌਲੀ ਜਿਹੀ ਕਿਹਾ, ਬਾਹਰ ਜਾ ਕੇ ਗੱਲ ਕਰਨੇ ਆ ਇਹਨਾਂ ਦੇ ਸਾਹਮਣੇ। ਪਰ ਇੱਥੇ ਤਾਂ ਬਾਹਰ ਕੋਈ ਫਰਕ ਹੀ ਨਹੀਂ। ਭਰਾ ਨੂੰ ਕੁਝ ਸੁਣਨਾ ਹੀ ਨਹੀਂ। ਚਾਚਾ ਜੀ ਨੇ ਆਖਿਆ ਤਾਂ ਮੈਨੂੰ ਸੱਚਮੁੱਚ ਇੱਕ ਚੱਕਰ ਜਿਹਾ ਆ ਗਿਆ। ਪਿਤਾ ਜੀ ਦੇ ਸਾਹਮਣੇ ਕੁਝ ਵੀ ਕਹਿ ਸਕਣਾ ਕਿੱਡਾ ਔਖਾ ਹੁੰਦਾ ਸੀ, ਤੇ ਹੁਣ ਭਾਵੇਂ ਕੁਝ ਵੀ ਆਖੀ ਜਾਓ। ਚਾਚਾ ਜੀ ਆਖ ਰਹੇ ਸਨ। ਮੇਰੇ ਵੇਖਦਿਆਂ ਭਰਾ ਨੂੰ ਹੱਥ ਧੋਣ ਦਾ ਖਬਤ ਹੋ ਗਿਆ। ਇਹ ਬਿਮਾਰੀ ਪਤਾ ਨਹੀਂ ਕੀ ਬਲਾ ਹੈ, ਅੰਦਰ ਬਾਹਰ ਜਾਂਦਾ ਵੀ ਹੱਥ ਧੋਈ ਜਾਂਦਾ। ਮਾਂ ਵੱਲ ਵੇਖਿਆ ਤਾਂ ਮੱਥੇ ਨੂੰ ਹੱਥ ਮਾਰ ਕੇ ਕਰਮਾਂ ਨੂੰ ਝੂਰਦੀ ਪਈ ਸੀ। ਜੇ ਤੂੰ ਕਹੇ ਤਾਂ। ਚਾਚਾ ਜੀ ਨੇ ਚਾਹ ਨੂੰ ਫੂਕ ਮਾਰ ਕੇ ਗਲਾਸ 'ਚੋਂ ਇੱਕ ਘੁੱਟ ਭਰਿਆ ਤੇ ਕਿਹਾ, ਤੇਰੀ ਚਾਚੀ ਨੂੰ ਪਿੱਛੇ ਇਹਨਾਂ ਕੋਲ ਛੱਡ ਜਾਵਾਂ? ਉਂਝ ਤਾਂ ਨੇੜੇ ਹੀ ਹੈ, ਦਿਹਾੜੀ 'ਚ ਇੱਕ ਅੱਧ ਫੇਰਾ ਪਾ ਜਾਂਦੀ ਹੈ, ਪਰ ਦਿਨੇ ਰਾਤੀ ਕੋਲ ਹੋਣ ਦੀ ਗੱਲ ਹੋਰ ਹੁੰਦੀ ਹੈ। ਪਰ ਇਹ ਮੈਨੂੰ ਕਿਉਂ ਪੁੱਛਦੇ ਹੋ ਚਾਚਾ ਜੀ? ਇਹ ਤਾਂ ਚਾਚੀ ਦੀ ਮਿਹਰਬਾਨੀ ਹੈ ਜੇ ਉਹ ਆਖਦਾ ਪਿਆ ਸੀ ਕਿ ਚਾਚਾ ਜੀ ਨੇ ਗੱਲ ਟੁੱਕ ਕੇ ਕਿਹਾ। ਉਂਝ ਤਾਂ ਮੈਂ ਜੋ ਕਵਾਂਗਾ ਉਹ ਕਰੇਗੀ, ਪਰ ਭਾਬੀ ਨੂੰ ਕੋਈ ਉਜਰ ਨਹੀਂ ਸੀ। ਨਹੀਂ, ਜੇ ਤੂੰ ਮੰਨ ਜਾਏ ਤੇ ਮੇਰੇ ਪਿੱਛੇ 5-7 ਦਿਨ ਇੱਥੇ ਰਹਿ ਕੇ ਜੇ ਤੇਰੀ ਚਾਚੀ ਕਹਿੰਦੀ ਏ ਉਹ ਕਰਵਾ ਦੇ। ਉਹ ਕੀ, ਹੁਣੇ ਆਉਂਦੀ ਪਈ ਏ, ਤੈਨੂੰ ਆਪੇ ਦੱਸਦੀ ਏ। ਹੈ ਤਾਂ ਜਨਾਨੀਆਂ ਦਾ ਵਹਿਮ ਏ, ਪਰ ਵਹਿਮ ਦਾ ਬੰਦਾ ਕੀ ਕਰੇ। ਚਾਚਾ ਜੀ ਆਖਦੇ ਪਏ ਸਨ ਕਿ ਚਾਚੀ ਆ ਗਈ। ਉਹਨੇ ਮੈਨੂੰ ਪਿਆਰ ਦਿੱਤਾ ਤੇ ਮਾਂ ਨੂੰ ਚੁੱਲ੍ਹੇ ਕੋਲੋਂ ਉਠਾਉਂਦੀ ਆਖਣ ਲੱਗੀ, ਉੱਠ ਭਾਬੀ, ਤੂੰ ਚਾਹ ਦਾ ਘੁੱਟ ਭਰ ਲੈ, ਮੈਂ ਇਹਨਾਂ ਨੂੰ ਨਾਲ ਪਰੌਂਠੀ ਲਾ ਦਿੰਦੀ ਹਾਂ। ਤੇ ਪਿਤਾ ਜੀ ਨੇ ਫਿਰ ਹੱਥ ਧੋਤੇ, ਚਾਹ ਦਾ ਗਲਾਸ ਫੜਿਆ, ਪਰਾਂ ਮੋੜੇ 'ਤੇ ਬਹਿ ਗਏ। ਚਾਚਾ ਜੀ ਆਖਣ ਲੱਗੇ, ਲੈ ਦੱਸ ਮੁੰਡੇ ਨੂੰ ਜੋ ਕੁਝ ਕਰਵਾਉਣਾ ਹੀ। ਚਾਚੀ ਪਹਿਲਾਂ ਚੁੱਪ ਰਹੀ, ਫਿਰ ਕਹਿਣ ਲੱਗੀ, ਮੇਰੀ ਵੀ ਛਾਤੀ ਕਲਪਦੀ ਏ ਤਾਂ ਹੀ ਆਖਦੀ ਹਾਂ। ਉਹ ਤਾਂ ਠੀਕ ਏ, ਪਰ ਦੱਸ ਦੇ ਸੂ ਜੋ ਤੈਨੂੰ ਖਿਆਲ ਆਉਂਦਾ ਹੈ। ਚਾਚਾ ਜੀ ਨੇ ਕਿਹਾ ਤਾਂ ਚਾਚੀ ਨੇ ਤਵੇ ਦਾ ਪਰੌਂਠਾ ਲਾ ਕੇ ਮੇਰੇ ਅੱਗੇ ਕਰਦਿਆਂ ਆਖਿਆ, ਐਵੇਂ ਮਨ ਭੈੜਾ ਹੈ, ਵਹਿਮ ਆਉਂਦਾ ਹੈ। ਮੈਂ ਪਰੌਂਠੇ ਵਾਲੀ ਥਾਲੀ ਪਿਤਾ ਜੀ ਵੱਲ ਕਰਤੀ ਤਾਂ ਚਾਚੀ ਜੀ ਨੇ ਆਖਿਆ, ਉਤਲਾ ਲਾ ਕੇ ਉਹਨਾਂ ਨੂੰ ਦੇਣ ਲੱਗੀ ਸੀ। ਮੈਂ ਆਖਿਆ, ਤੂੰ ਰਾਤ ਦਾ ਭੁੱਖਾ ਹੋਏਗਾ, ਤੈਨੂੰ ਪਹਿਲੇ ਦੇ ਦਿਆਂ। ਕੋਈ ਨਹੀਂ, ਅਗਲਾ ਸਹੀ, ਮੈਂ ਆਖਿਆ ਤੇ ਪੁੱਛਿਆ, ਅੱਛਾ ਦੱਸ ਫਿਰ ਚਾਚੀ। ਵੇਖੋ ਨਾ, ਉਹ ਤਾਂ ਜਿਉਂਦੀ ਕਿਤੇ ਦਿਸਦੀ ਨਹੀਂ। ਚਾਚੀ ਨੇ ਕਿਹਾ, ਜਿਉਂਦੀ ਹੁੰਦੀ ਤਾਂ ਕੋਈ ਸੂਹ ਪੈ ਜਾਂਦੀ।
ਬੜਾ ਅਜੀਬ ਲੱਗ ਰਿਹਾ ਸੀ। ਪਿਤਾ ਜੀ ਸਾਹਮਣੇ ਬੈਠੇ ਸੀ ਪਰ ਕਿਸੇ ਗੱਲ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਸੀ ਰਿਹਾ। ਮੈਂ ਇਹ ਆਖਣੀ ਆ, ਚਾਚੀ ਨੇ ਕੁਝ ਡੱਕੋ ਡੋਲਿਆਂ 'ਚ ਪੈ ਕੇ ਆਖਿਆ। ਉਹਦਾ ਨਾ ਕੋਈ ਵਹਿਮ ਕਰਿਆ, ਨਾ ਕੋਈ ਕਿਰਿਆ ਨਾ ਕਰਮ। ਉਹਦਾ ਨਾ ਕੋਈ ਕਿਰਿਆ ਨਾ ਕਰਮ। ਖੌਰੇ ਘਰ ਨੂੰ ਇਹੋ ਸਰਾਪ ਲੱਗ ਗਿਆ। ਵੇਂਦਿਆਂ ਵੇਂਦਿਆਂ ਤੇਰੀ ਮਾਂ ਮੰਜੀ 'ਤੇ ਪੈ ਗਈ ਹੈ। ਹੁਣ ਚਾਨਚੱਕ ਭਰਾ ਜੀ ਦੇ ਕੰਨਾਂ ਨੂੰ ਡੱਕੇ ਪੈ ਗਏ। ਉਹ ਪੱਥਰ ਦੇ ਪੱਥਰ ਬਣੇ ਬੈਠੇ ਰਹਿੰਦੇ ਨੇ। ਸੋ ਜਾਪਿਆ ਚਾਚੀ ਇਸ ਘਰ 'ਚ ਆ ਕੇ ਰਹਿਣੋਂ ਡਰਦੀ ਸੀ ਅਤੇ ਸ਼ਾਇਦ ਘਰ 'ਚੋਂ ਭੂਤ ਪ੍ਰੇਤ ਕਢਵਾਉਣ ਲਈ ਕੁਝ ਆਖਦੀ ਸੀ। ਸੋ ਪੁੱਛਿਆ, ਫਿਰ ਦੱਸ ਚਾਚੀ ਕੀ ਕਰੀਏ? ਚਾਚੀ ਨੇ ਛੇਤੀ ਨਾਲ ਕਿਹਾ, ਮੈਨੂੰ ਤਾਂ ਬੜਾ ਭਰੋਸਾ ਹੈ ਵੀ ਜਿੱਥੇ ਸ਼ਿਵ ਪੁਰਾਣ ਦੀ ਕਥਾ ਹੋ ਜਾਏ ਉੱਥੇ ਸਾਰੇ ਪਾਪ ਲੈ ਜਾਂਦੇ ਨੇ। ਇਹਦਾ ਬੜਾ ਮਹਾਤਮ ਹੁੰਦਾ ਹੈ। ਪਰ ਮੁੰਡਿਆ, ਇਹ ਉਹਦੇ ਇੰਨੇ ਕਜੀਏ ਦੱਸਦੀ ਏ, ਕਰੇਗਾ ਕੌਣ? ਕੋਲੋਂ ਚਾਚਾ ਜੀ ਨੇ ਕਿਹਾ। ਤਾਂ ਚਾਚੀ ਨੇ ਛੇਤੀ ਨਾਲ ਓਂਕਾਰ ਸ਼ਿਵਾਯਨਮ ਆਖ ਕੇ ਚਾਚਾ ਜੀ ਨੂੰ ਘੂਰੀ ਵੱਟੀ। ਇਹ ਮੂੰਹੋਂ ਕਿਹੜਾ ਲਫ਼ਜ਼ ਕੱਢਿਆ ਜੇ? ਮੈਨੂੰ ਵੀ ਕੁਝ ਸ਼ਿਵ ਪੁਰਾਣ ਬਾਰੇ ਪਤਾ ਸੀ, ਸੁਣਿਆ ਸੁਣਾਇਆ, ਖਾਸ ਕਰਕੇ ਉਹਦੇ ਇਸ ਮਹਾਤਮ ਬਾਰੇ ਕਿ ਉਸ ਪੁਰਾਣ ਨੂੰ ਸੁਣਿਆ ਬ੍ਰਹਮ ਹੱਤਿਆ ਦਾ ਦੋਸ਼ ਵੀ ਉਤਰ ਜਾਂਦਾ ਹੈ। ਇਸ ਲਈ ਚਾਚੀ ਦੇ ਮਨ ਦੀ ਗੱਲ ਸਮਝ ਗਿਆ। ਸੋ ਲੋਕ ਭਾਵੇਂ ਕੁਝ ਨਹੀਂ ਸੀ ਆਖ ਰਹੇ, ਅੰਦਰੋਂ ਕਿਤੋਂ ਉਰਮੀ ਦੀ ਹੱਤਿਆ ਵਾਲੀ ਗੱਲ ਜਾਣਦੇ ਸੀ। ਮੈਂ ਚਾਚੀ ਨੂੰ ਸਿਰਫ ਇੰਨਾ ਹੀ ਆਖਿਆ, ਪਰ ਚਾਚੀ ਉਹਦਾ ਮਹਾਤਮ ਤਾਂ ਹੁੰਦਾ ਹੈ ਜੇ ਕੋਈ ਇਕਾਗਰ ਮਨ ਸੁਣੇ, ਹੋਰ ਐਵੇਂ ਥੋੜ੍ਹੇ। ਚਾਚੀ ਨੇ ਕਿਹਾ। ਤਾਂ ਮੈਂ ਪਿਤਾ ਜੀ ਵੱਲ ਇਸ਼ਾਰਾ ਕੀਤੇ ਬਿਨਾਂ ਹੀ ਆਖਿਆ, ਪਰ ਉਹ ਤਾਂ ਹੁਣ ਸੁਣ ਨਹੀਂ ਸਕਦੇ। ਚਾਚਾ ਜੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ, ਇਸ ਲਈ ਉਹਨਾਂ ਨੂੰ ਇਹ ਖਿਆਲ ਹੀ ਨਹੀਂ ਸੀ ਆਇਆ। ਛੇਤੀ ਨਾਲ ਕਹਿਣ ਲੱਗੇ, ਲਓ ਫਿਰ ਤਾਂ ਗੱਲ ਹੀ ਮੁੱਕ ਗਈ। ਚਾਚੀ ਨੇ ਮਾਂ ਵੱਲ ਤੱਕ ਕੇ ਹੈਰਾਨੀ ਜੀ ਨਾਲ ਆਖਿਆ, ਭਾਬੀ ਇਹ ਤਾਂ ਖਿਆਲ ਹੀ ਨਹੀਂ ਆਇਆ, ਫਿਰ ਹੁਣ? ਮਾਂ ਨੇ ਹਵਾ 'ਚ ਹੱਥ ਮਾਰ ਛੱਡਿਆ, ਜਿਵੇਂ ਉਹਨੂੰ ਇਹਦੇ ਨਾਲ ਕੋਈ ਬਹੁਤਾ ਵਾਸਤਾ ਨਾ ਹੋਵੇ। ਅੱਛਾ ਫਿਰ? ਚਾਚੀ ਦਾ ਹੱਥ ਚੱਕਲੇ 'ਤੇ ਥੰਮ ਗਿਆ। ਕੁਝ ਸੋਚਦੀ ਸੋਚਦੀ ਆਖਣ ਲੱਗੀ, ਫਿਰ ਇੰਨਾ ਕੁ ਤਾਂ ਕਰੋ ਕਿ ਕਾਗਜ਼ ਉੱਤੇ 5 ਅੱਖਰ ਲਿਖ ਦਿਓ। ਬਸ ਇਹੋ, ਨਮः ਸ਼ਿਵਾਏ। ਨਹੀਂ ਨਹੀਂ, ਓਮ ਨਮः ਸ਼ਿਵਾਏ, ਅਤੇ ਲਿਖ ਕੇ ਭਰਾ ਜੀ ਨੂੰ ਦੇ ਦਿਓ। ਉਹਦਾ ਜਾਪ ਕਰਦੇ ਰਿਹਾ ਕਰਨ। ਇਹ ਤਾਂ ਕੋਈ ਵੱਡੀ ਗੱਲ ਨਹੀਂ। ਹਾਂ, ਇਹ ਤਾਂ ਕੋਈ ਔਖੀ ਗੱਲ ਨਹੀਂ ਜੇ ਭਰਾ ਮੰਨ ਜਾਏ ਤਾਂ। ਚਾਚਾ ਜੀ ਨੇ ਛੇਤੀ ਨਾਲ ਆਖਿਆ। ਉਹਨਾਂ ਨੂੰ ਕੰਮ ਬੜਾ ਸੌਖਾ ਹੋ ਗਿਆ ਜਾਪਿਆ। ਭਲਾ ਪੁੱਛੋਗਾ ਭਰਾ ਜੀ ਨੂੰ, ਮੰਨ ਜਾਣਗੇ? ਚਾਚੀ ਨੇ ਕਿਹਾ ਅਤੇ ਚਾਚਾ ਜੀ ਨੇ ਬੋਝੇ 'ਚ ਹੱਥ ਪਾਇਆ। ਕਾਗਜ਼ ਕੋਈ ਨਹੀਂ ਸੀ, ਪਰ ਪੈਨਸਿਲ ਹੈ ਸੀ। ਉਹਨਾਂ ਨੇ ਉੱਥੇ ਜ਼ਮੀਨ 'ਤੇ ਲਿਖ ਕੇ ਪੁੱਛਿਆ ਕਿ ਉਹ ਇਸ ਮੰਤਰ ਨੂੰ ਪੜ੍ਹਨਗੇ ਕਿ ਨਹੀਂ। ਪਿਤਾ ਜੀ ਨੇ ਫਿਰ ਹੱਥ ਧੋਤੇ, ਉਰਾਂ ਕੇ ਜ਼ਮੀਨ 'ਤੇ ਲਿਖੇ ਅੱਖਰਾਂ ਨੂੰ ਪੜ੍ਹ ਕੇ ਹੌਲੀ ਜਿਹੀ ਸਿਰ ਹਿਲਾਇਆ। ਉਹਨਾਂ 'ਚ ਕੋਈ ਉਤਸ਼ਾਹ ਨਹੀਂ ਸੀ ਆਇਆ, ਪਰ ਉਹਨਾਂ ਨਾ ਵੀ ਨਹੀਂ ਸੀ ਆਖੀ। ਮੈਂ ਚਾਚੀ ਵੱਲ ਵੇਖਿਆ। ਉਹਦਾ ਮਨ ਕੁਝ ਹੌਲਾ ਜਿਹਾ ਲੱਗਦਾ ਸੀ। ਆਖਣ ਲੱਗੀ, ਬਸ ਇੱਕ ਗੱਲ ਹੋਰ, ਮਿੱਟੀ ਨਾਲ ਆਪਣੇ ਹੱਥੀਂ ਸ਼ਿਵਾਂ ਦੀ ਇੱਕ ਮੂਰਤੀ ਬਣਾ ਕੇ ਇੱਥੇ ਕਿਤੇ ਘਰ 'ਚ ਰੱਖ ਛੱਡਣ। ਮੇਰਾ ਚੰਦਰਾ ਮਨ। ਸੁਣਿਆ ਹੋਇਆ ਸੀ ਕਿ ਸ਼ਿਵਾ ਦੀ ਮੂਰਤੀ ਨਦੀ ਦੀ ਮਿੱਟੀ ਨਾਲ ਬਣਾਈ ਦੀ ਏ। ਮੈਂ ਇੱਕ ਕਾਗਜ਼ ਲੱਭ ਕੇ ਉਹਦੇ ਉੱਤੇ ਪੈਨਸਿਲ ਨਾਲ ਲਿਖਿਆ, ਆਓ ਚੱਲੀਏ ਨਦੀ 'ਤੇ ਜਾ ਕੇ ਨਦੀ ਦੀ ਮਿੱਟੀ ਲੈ ਆਈਏ। ਨਦੀ ਦੀ ਪਵਿੱਤਰ ਮਿੱਟੀ ਨਾਲ ਹੀ ਸ਼ਿਵਾ ਦੀ ਮੂਰਤੀ ਬਣ ਸਕਦੀ ਹੈ। ਅਤੇ ਕਾਗਜ਼ ਪਿਤਾ ਜੀ ਦੇ ਅੱਗੇ ਰੱਖ ਦਿੱਤਾ। ਪਿਤਾ ਜੀ ਸੁਣ ਨਹੀਂ ਸੀ ਸਕਦੇ, ਪਰ ਬੋਲ ਸਕਦੇ ਸੀ। ਪਰ ਇਹ ਕਾਗਜ਼ ਪੜ੍ਹ ਕੇ ਉਹ ਬੋਲੇ ਨਹੀਂ, ਸਿਰਫ ਉਹਨਾਂ ਦਾ ਸਿਰ ਨਾ 'ਚ ਕੰਬਣ ਲੱਗ ਪਿਆ। ਚਾਚਾ ਜੀ ਇੱਕ ਟੱਕ ਮੇਰੇ ਵੱਲ ਤੱਕਦੇ ਰਹੇ, ਪਰ ਮੈਂ ਫਿਰ ਕਿਸੇ ਦੇ ਵੀ ਮੂੰਹ ਵੱਲ ਨਹੀਂ ਤੱਕ ਸਕਿਆ। ਉਸ ਵੇਲੇ ਨਹੀਂ, ਪਰ ਜਦੋਂ ਵਾਪਸ ਸ਼ਹਿਰ ਗਿਆ, ਆਪਣੇ ਕਮਰੇ 'ਚ ਰਾਤੀ ਸੌਣ ਲੱਗੇ ਨੂੰ ਇੱਕ ਖਿਆਲ ਆਇਆ, ਜਿਵੇਂ ਅੱਜ ਪਿਤਾ ਜੀ ਦਾ ਸਿਰ ਕੰਬਦਾ ਸੀ, ਸ਼ਾਇਦ ਬ੍ਰਹਮਾ ਦਾ 5ਵਾਂ ਸਿਰ ਵੀ ਇੱਕ ਦਿਨ ਇਸੇ ਤਰ੍ਹਾਂ ਕੰਬਿਆ ਸੀ। ਬ੍ਰਹਮਾ ਦੇ 4 ਸਿਰ ਸੱਤਵਾਦੀ ਸਨ, ਪਰ 5ਵਾਂ ਮਿੱਥਿਆਵਾਦੀ ਸੀ। ਮੀਟੀਆਂ ਹੋਈਆਂ ਮੁੱਠਾਂ ਵਿੱਚ ਮੇਰੇ ਹੱਥਾਂ ਦੇ ਨਹੁੰ ਮੇਰੀਆਂ ਤਲੀਆਂ 'ਚ ਖੁੱਭ ਗਏ। ਇੱਕ ਦਿਨ ਸ਼ਿਵਾ ਨੇ ਮੱਥੇ ਉੱਤੇ ਤਿਉੜੀ ਪਾਈ। ਕਹਿੰਦੇ ਨੇ ਉਹਦੀਆਂ ਭਵਾਂ 'ਚੋਂ ਭੈਰਵ ਨਿਕਲਿਆ ਅਤੇ ਉਹਦੇ ਬ੍ਰਹਮਾ ਦਾ 5ਵਾਂ ਸਿਰ ਵੱਢ ਕੇ ਜ਼ਮੀਨ ਉੱਤੇ ਸੁੱਟ ਦਿੱਤਾ। ਸ਼ਾਇਦ ਉਹੀ ਧਰਤੀ ਉੱਤੇ ਡਿੱਗਾ ਹੋਇਆ ਬ੍ਰਹਮਾ ਦਾ 5ਵਾਂ ਸਿਰ ਧਰਤੀ ਦੇ ਮਨੁੱਖਾਂ ਨੂੰ ਨਸੀਬ ਹੋਇਆ। ਮੇਰੇ ਆਪਣੇ ਨਹੁੰਆਂ ਨਾਲ ਮੇਰੀਆਂ ਤਲੀਆਂ ਵਿੰਨ੍ਹੀਆਂ ਗਈਆਂ। ਅੱਜ ਸ਼ਿਵਾ ਦੀ ਤਿਉੜੀ ਕਿਸੇ ਕੋਲ ਨਹੀਂ। ਮੈਂ ਆਪਣਾ ਮੱਥਾ ਸਿਰਫ ਆਪਣੇ ਹੱਥਾਂ ਵਿੱਚ ਛੁਪਾ ਸਕਦਾ। ਸ਼ਿਵਾ ਦਾ ਮੱਥਾ ਅਤੇ ਸ਼ਿਵਾ ਦੀ ਤਿਉੜੀ ਜੇ ਕਿਸੇ ਦਿਨ ਮੈਨੂੰ ਨਸੀਬ ਹੋ ਜਾਏ। ਗੌਤਮ ਕੰਮ 'ਤੇ ਜਾਣ ਲੱਗ ਪਿਆ। ਸਵੇਰੇ ਪਹਿਲੋਂ ਨੌਕਰੀ ਵਾਲੇ ਪਾਸੇ ਜਾਂਦਾ, ਫਿਰ ਰਿਸਰਚ ਲਈ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ। ਮੈਂ ਕੋਸ਼ਿਸ਼ ਕਰਦਾ ਗੌਤਮ ਨੂੰ ਘੱਟ ਮਿਲਾਂ। ਮੈਨੂੰ ਲੱਗਦਾ ਮੈਨੂੰ ਵੇਖ ਕੇ ਉਹਦਾ ਜ਼ਖਮ ਫਿਰ ਛਿੱਲਿਆ ਜਾਂਦਾ ਹੈ। ਅਸੀਂ ਜਦੋਂ ਮਿਲਦੇ ਹਾਂ ਸਾਡੇ ਵਿਚਕਾਰ ਉਰਮੀ ਹੁੰਦੀ ਹੈ, ਪਰ ਜਦੋਂ ਜਿਉਂਦੀ ਸੀ ਉਦੋਂ ਵੀ ਹੁੰਦੀ ਸੀ, ਜਦੋਂ ਨਹੀਂ ਜਿਉਂਦੀ ਉਦੋਂ ਵੀ ਹੈ। ਕਦੇ ਜਦੋਂ ਬੜੀ ਹੋਸ਼ 'ਚ ਹੁੰਦਾ, ਸੋਚਦਾ ਦੁਨੀਆ ਭਰ ਦੀਆਂ ਕਿਤਾਬਾਂ ਹੁਣ ਉਰਮੀ ਦੀ ਥਾਂ ਲੈ ਲੈਣ।
ਹੁਣ ਜਦੋਂ ਗੌਤਮ ਆਵੇ ਜਾਂ ਮੈਂ ਉਹਦੇ ਕੋਲ ਜਾਵਾਂ ਤਾਂ ਸਾਡੇ ਵਿਚਕਾਰ ਇੰਨੀਆਂ ਕਿਤਾਬਾਂ ਹੋਣ ਕਿ ਉੱਥੇ ਸੂਈ ਜਿੰਨੀ ਥਾਂ ਵੀ ਖਾਲੀ ਨਾ ਹੋਵੇ। ਨਹੀਂ, ਉਰਮੀ ਦੀ ਥਾਂ ਕੋਈ ਨਹੀਂ ਲੈ ਸਕਦਾ। ਸਿਰਫ ਇਹ ਕਿ ਉਹ ਕਿਤਾਬਾਂ 'ਚ ਸਮਾ ਜਾਵੇ। ਦੁਨੀਆ 'ਚ ਜਿੰਨਾ ਵੀ ਇਲਮ ਹੈ ਉਹਦੇ ਅੱਖਰ ਅੱਖਰ 'ਚ ਸਮਾ ਜਾਵੇ। ਮੈਂ ਬਹੁਤ ਦਿਨਾਂ ਦੀ ਗੌਤਮ ਕੋਲ ਨਹੀਂ ਸੀ ਗਿਆ। ਇੱਕ ਦਿਨ ਡੂੰਘੀਆਂ ਤਰਕਾਲਾਂ ਪਈਆਂ, ਉਹ ਆਪ ਹੀ ਆ ਗਿਆ। ਉਸ ਦਿਨ ਉਹ ਮਨ ਵੱਲੋਂ ਬੜਾ ਸੰਭਲਿਆ ਹੋਇਆ ਲੱਗ ਰਿਹਾ ਸੀ। ਕੁਝ ਵਕਤ ਇਹੀ ਗੱਲਾਂ ਕਰਦਾ ਰਿਹਾ ਕਿ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਕਿਤਾਬਾਂ ਬਹੁਤ ਘੱਟ ਹਨ। ਕਿਸੇ ਕਿਤਾਬ ਦੇ ਹਵਾਲੇ ਤੋਂ ਉਹ ਦੂਜੀ ਲੱਭਣ ਲੱਗਦਾ ਤਾਂ ਲੱਭਦੀ ਨਹੀਂ। ਇਹ ਪਤਾ ਨਹੀਂ ਸੀ ਕਿ ਉਹ ਰਿਸਰਚ ਕਰ ਰਿਹਾ, ਪਰ ਮੈਨੂੰ ਰਿਸਰਚ ਦੇ ਮਜ਼ਮੂਨ ਦਾ ਪਤਾ ਨਹੀਂ ਸੀ। ਇਸ ਲਈ ਪੁੱਛਿਆ, ਤੂੰ ਮਜ਼ਮੂਨ ਕਿਹੜਾ ਲਿਆ? ਇਹ ਪਤਾ ਸੀ ਕਿ ਉਹ ਰਿਸਰਚ ਕਰ ਰਿਹਾ, ਪਰ ਮੈਨੂੰ ਰਿਸਰਚ ਦੇ ਮਜ਼ਮੂਨ ਦਾ ਪਤਾ ਨਹੀਂ ਸੀ। ਇਸ ਲਈ ਪੁੱਛਿਆ ਕਿ ਤੂੰ ਮਜ਼ਮੂਨ ਕਿਹੜਾ ਲਿਆ? ਉਹ ਹੱਸ ਪਿਆ। ਭਾਰਤ ਵਿੱਚ ਬਲੀ ਦੀ ਪ੍ਰਥਾ। ਉਹਦੇ ਹਾਸੇ 'ਚ ਇੱਕ ਕਸਕ ਸੀ। ਮੈਨੂੰ ਇਹੋ ਸੋਚ ਆਈ ਕਿ ਇਸ ਮਜ਼ਮੂਨ ਵਿੱਚ ਹਰ ਵੇਲੇ ਇੱਕ ਲਹੂ ਉਹਦੀਆਂ ਅੱਖਾਂ ਸਾਹਮਣੇ ਫੈਲਿਆ ਰਹੇਗਾ। ਇਸ ਲਈ ਆਖਿਆ, ਕੋਈ ਹੋਰ ਮਜ਼ਮੂਨ ਲੈ ਲੈਂਦਾ ਇਹਦੇ ਨਾਲ। ਜਿਹਦੇ ਨਾਲ ਉਹਨੇ ਗੱਲ ਟੁੱਕ ਲਈ, ਜਿਹਦੇ ਨਾਲ ਉਹਦਾ ਚੇਤਾ ਭੁੱਲ ਜਾਂਦਾ। ਤੂੰ ਇਹੀ ਕਹਿਣ ਲੱਗਾ ਸੀ ਨਾ? ਮੈਂ ਕੁਛ ਨਹੀਂ ਆਖਿਆ। ਉਸੇ ਨੇ ਆਖਿਆ, ਰਿਸਰਚ ਲਈ ਉੱਕਾ ਜੀ ਨਹੀਂ ਸੀ ਕਰਦਾ। ਕੋਈ ਵੀ ਕਿਤਾਬ ਫੜਦਾ ਸੀ, ਉਹਦਾ ਹਰ ਸਫ਼ਾ ਇੱਕੋ ਜਿਹਾ ਲੱਗਦਾ ਸੀ। ਪਰ ਇਸ ਮਜ਼ਮੂਨ 'ਚ ਮੇਰਾ ਜੀ ਖੁੱਭ ਗਿਆ। ਪਰ ਮੈਂ ਕੁਝ ਝਿਜਕ ਕੇ ਆਖਿਆ, ਇਹਦੇ ਨਾਲ ਤੂੰ ਫਿਰ ਜੰਤਰਾਂ ਮੰਤਰਾਂ ਦੀ ਦੁਨੀਆ 'ਚ ਨਾ ਤਿਲਕ ਜਾਈ। ਨਹੀਂ, ਸਗੋਂ ਉਲਟਾ ਜਾਪਦਾ ਹੈ। ਇਸ ਦੁਨੀਆ ਦੀ ਹੋਂਦ ਹੀ ਖੌਫ 'ਚ ਬਣੀ ਹੈ, ਭਾਵੇਂ ਉਹ ਅੱਗ ਦੀ ਜਾਂ ਪਾਣੀ ਦਾ ਖੌਫ ਸੀ, ਅਤੇ ਭਾਵੇਂ ਭੁੱਖ ਦਾ ਜਾਂ ਵੈਰੀ ਦਾ। ਰਿਸਰਚ ਦਾ ਮਤਲਬ ਹੀ ਹੈ ਕਿ ਉਹਦੇ ਕਾਰਨਾਂ ਤੱਕ ਪਹੁੰਚਣਾ। ਉਹਨੇ ਇੰਝ ਆਖਿਆ ਤਾਂ ਮੈਨੂੰ ਉਹਦੇ ਵੱਲੋਂ ਕੁਝ ਧਰਵਾਸ ਜਿਹਾ ਹੋ ਗਿਆ। ਕੁਛ ਦੇਰ ਉਹ ਵੈਦਿਕ ਕਾਲ ਦੀਆਂ ਗੱਲਾਂ ਸੁਣਾਉਂਦਾ ਰਿਹਾ ਕਿ ਪੂਜਾ ਅਤੇ ਬਲੀ ਦਾ ਵਰਣਨ ਉਸ ਕਾਲ 'ਚ ਹੀ ਮਿਲਦਾ ਹੈ, ਖਾਸ ਕਰ ਚੌਥੇ ਵੇਦ ਵਿੱਚ। ਅਤੇ ਅਚਾਨਕ ਉਰਮੀ ਦੀ ਮੰਜੀ ਉੱਤੇ ਜਿੱਥੇ ਬੈਠਾ ਸੀ ਉੜ ਕੇ ਮੰਜੀ ਦੇ ਸਿਰਹਾਣੇ ਨੂੰ ਛੋਹ ਕੇ ਆਖਣ ਲੱਗਾ, ਤੂੰ ਵਹਿਮ ਨਾ ਸਮਝੀ, ਪਰ ਅੱਜ ਮੈਂ ਕਬੀਲਿਆਂ ਦੇ ਦੇਵੀ ਦੇਵਤਿਆਂ ਬਾਰੇ ਪੜ੍ਹ ਰਿਹਾ ਸੀ। ਉਹਦੇ ਵਿੱਚ ਆਇਆ ਕਿ ਉਹ ਲੋਕ ਇੱਕ ਮਨੁੱਖ ਦੀ ਇੱਕ ਰੂਹ ਨਹੀਂ ਮੰਨਦੇ। ਉਹਨਾਂ ਦਾ ਖਿਆਲ ਹੈ ਇੱਕ ਮਨੁੱਖ 'ਚ 3 ਰੂਹਾਂ ਹੁੰਦੀਆਂ ਨੇ, ਅਤੇ ਮਨੁੱਖ ਜਦੋਂ ਮਰ ਜਾਏ ਇੱਕ ਰੂਹ ਅਸਮਾਨ ਨੂੰ ਚਲੀ ਜਾਂਦੀ ਹੈ, ਇੱਕ ਇੱਥੇ ਧਰਤੀ 'ਤੇ ਜੰਗਲਾਂ 'ਚ ਭਟਕਦੀ ਰਹਿੰਦੀ ਹੈ, ਅਤੇ ਤੀਸਰੀ। ਮੈਂ ਚੁੱਪ ਉਹਦੇ ਮੂੰਹ ਵੱਲ ਤੱਕਦਾ ਰਿਹਾ। ਕੁਝ ਚਿਰ ਪਿੱਛੋਂ ਉਹਨੇ ਆਖਿਆ, ਉਹਦੀ ਤੀਸਰੀ ਰੂਹ ਉੱਥੇ ਹੀ ਉਹਦੇ ਘਰ 'ਚ ਰਹਿੰਦੀ ਹੈ, ਕਿਤੇ ਨਹੀਂ ਜਾਂਦੀ। ਉਹ ਆਪਣੀ ਸੋਚ ਵਿੱਚ ਜਦੋਂ ਆਪ ਹੀ ਕਿੰਨਾ ਚਿਰ ਨਾ ਪਰਤਿਆ ਤਾਂ ਮੈਂ ਹੌਲੀ ਜਿਹੀ ਕਿਹਾ, ਪਰ ਗੌਤਮ, ਇਹ ਸਾਰਾ ਕੁਝ ਸਿੰਬੋਲਿਕ ਨਹੀਂ? ਜਿਉਂਦੇ ਮਨੁੱਖ 'ਚ ਉਹਦੀ ਰੂਹ ਦੇ 3 ਪਾਸੇ ਨਹੀਂ ਹੁੰਦੇ। ਇੱਕ ਬੜਾ ਖੂਬਸੂਰਤ ਦੈਵੀ ਪਾਸਾ, ਇੱਕ ਭਰਮਾਂ ਅਤੇ ਭੁਲੇਖਿਆਂ ਦੇ ਜੰਗਲ 'ਚ ਭਟਕਦਾ, ਅਤੇ ਤੀਜਾ ਜ਼ਿੰਦਗੀ ਦੀਆਂ ਹਕੀਕਤਾਂ 'ਚ ਹੱਸਦਾ ਅਤੇ ਰੋਂਦਾ। ਹਾਂ, ਉਹਨੇ ਹੌਲੀ ਜਿਹੀ ਕਿਹਾ ਅਤੇ ਨਾਲ ਹੀ ਕਿਹਾ, ਇਸ ਤਰ੍ਹਾਂ ਮਰਨ ਤੋਂ ਪਿੱਛੋਂ ਇਹ ਸਾਡੀ ਆਪਣੀ ਚਾਹ ਹੁੰਦੀ ਹੈ ਕਿ ਜਾਣ ਵਾਲੇ ਦਾ ਕੁਛ ਨਾ ਕੁਛ ਸਾਡੇ ਕੋਲ ਰਹਿ ਜਾਏ। ਇਸੇ ਲਈ ਅਤੇ ਗੌਤਮ ਉੱਠ ਕੇ ਜਾਣ ਲੱਗਾ, ਕਹਿਣ ਲੱਗਾ, ਪਰ ਤੂੰ ਇਸ ਮੰਜੀ ਨੂੰ ਇੱਥੇ ਇਸੇ ਤਰ੍ਹਾਂ ਰਹਿਣ ਦੇਈਂ। ਮੇਰੇ ਕਮਰੇ 'ਚ ਵੀ ਉਹਦੀ ਮੰਜੀ ਅਤੇ ਅਲਮਾਰੀ ਉਸੇ ਤਰ੍ਹਾਂ ਉਸੇ ਥਾਂ ਪਈ ਹੈ। ਕੁਝ ਤਸਕੀਨ ਜਿਹੀ ਹੁੰਦੀ ਹੈ, ਵਹਿਮ ਨਹੀਂ। ਅੱਛਾ, ਵਹਿਮ ਹੀ ਸਹੀ। ਗੌਤਮ ਚਲਾ ਗਿਆ, ਪਰ ਸਾਰੀ ਰਾਤ ਮੇਰੇ ਮਨ 'ਚ ਖਲਬਲੀ ਜਿਹੀ ਰਹੀ। ਦੂਜੇ ਦਿਨ ਕਾਲਜ ਦੇ ਵੇਲੇ ਤੋਂ ਬਾਅਦ ਮੈਂ ਕਮਰੇ 'ਚ ਮੁੜਨ ਦੀ ਥਾਂ ਲਾਇਬ੍ਰੇਰੀ 'ਚ ਚਲਾ ਗਿਆ। ਗੌਤਮ ਅਜੇ ਉੱਥੇ ਨਹੀਂ ਸੀ ਆਇਆ। ਮੈਂ ਇਕੱਲਾ ਕੁਝ ਕਿਤਾਬਾਂ ਵੇਖਣ ਲੱਗ ਪਿਆ, ਜਿਵੇਂ ਇਤਿਹਾਸ ਅਤੇ ਮਿਥਿਹਾਸ ਵਿੱਚੋਂ ਗੌਤਮ ਨੂੰ ਲੱਭ ਰਿਹਾ ਹੋਵਾਂ। ਵੈਦਿਕ ਕਾਲ, ਪ੍ਰੀ ਵੈਦਿਕ ਕਾਲ, ਪ੍ਰੀ ਸਾਇੰਟੀਫਿਕ ਸਾਇੰਸ, ਮਾਈਥੋਲੋਜੀ, ਲੈਂਗੁਏਜ ਆਫ ਦਾ ਪ੍ਰੀਮਿਟਿਵ, ਅਗਨੀ, ਵਾਯੂ, ਸੂਰਜ, ਕੁਦਰਤੀ ਤੱਤ। ਇਹੀ ਵਕਤ ਪਾ ਕੇ ਬ੍ਰਹਮਾ, ਵਿਸ਼ਨੂੰ, ਸ਼ਿਵਾ ਹੋ ਗਏ। ਪੈਦਾਇਸ਼, ਫਲਨ ਅਤੇ ਵਿਨਾਸ਼ ਦੇ ਚਿੰਨ੍ਹ, ਸਤ, ਰਜ, ਤਮ, 3 ਗੁਣ। ਖਿਲਾਈ ਤਾਕਤਾਂ ਦੇ ਨੇਮ ਲੱਭਣ ਲਈ ਅਤੇ ਉਹਦੇ ਨਾਲ ਜੁੜੀ ਧਰਤੀ ਦੇ ਭੇਤ ਨੂੰ ਪਾਉਣ ਲਈ ਮਨੁੱਖ ਨੇ ਸਭ ਤੋਂ ਪਹਿਲਾਂ ਜੋ 2 ਦੇਵਤੇ ਕਲਪੇ ਸੀ, ਉਹ ਅਸੁਰ, ਵਰੁਣ ਸਨ। ਵਰੁਣ ਲਫ਼ਜ਼ ਦੀ ਜੜ ਵਰ, ਵਰੀ ਯਾਨੀ ਰੋਕਣਾ, ਥੰਮਣਾ, ਜਲ ਥਲ ਨੂੰ ਥੰਮਣਾ, ਅਤੇ ਅਸੁਰ ਲਫ਼ਜ਼ ਉੱਤੇ ਮੇਰਾ ਧਿਆਨ ਅੜ ਗਿਆ। ਅਸ ਦੇ ਅਰਥ ਪ੍ਰਾਣੀ, ਪ੍ਰਾਣ, ਸੋ ਅਸੁਰ ਦੇ ਅਰਥ ਪ੍ਰਾਣਦਾਤਾ। ਰਿਗ ਵਿੱਚ ਅਸੁਰ ਲਫ਼ਜ਼ ਦੇਵਤਿਆਂ ਲਈ ਹੁੰਦਾ ਸੀ, ਪਰ ਪਿੱਛੋਂ ਇਹ ਉਲਟੇ ਅਰਥਾਂ 'ਚ ਦੈਂਤਾਂ ਲਈ ਕਿਵੇਂ ਹੋ ਗਿਆ? ਇਹ ਅਰਥ ਕਿਉਂ ਅਤੇ ਕਿਸ ਤਰ੍ਹਾਂ ਉਲਟੇ ਜਾਂਦੇ ਹਨ? ਅਤੇ ਇੱਕ ਭਿਆਨਕ ਖਿਆਲ ਨਾਲ ਮੈਂ ਕੰਬ ਗਿਆ ਕਿ ਰਿਸ਼ਤਿਆਂ ਦੀ ਬਣਤਰ 'ਚ ਕਦੇ ਪਿਤਾ ਲਫ਼ਜ਼ ਦੇ ਅਰਥ ਵੀ ਉਲਟ ਜਾਣਗੇ। ਜਾਪਿਆ ਅੱਜ ਗੌਤਮ ਦੇ ਸਾਹਮਣੇ ਨਹੀਂ ਹੋ ਸਕਾਂਗਾ।
ਮੈਂ ਲਾਇਬ੍ਰੇਰੀ 'ਚੋਂ ਛੇਤੀ ਨਾਲ ਬਾਹਰ ਆ ਗਿਆ। ਉੱਥੋਂ ਬਾਹਰ ਗਿਆ ਪਰ ਆਪਣੇ ਆਪ 'ਚੋਂ ਸ਼ਾਇਦ ਕਦੇ ਵੀ ਬਾਹਰ ਨਹੀਂ ਆ ਸਕਾਂਗਾ। ਮੇਰੇ ਆਪਣੇ ਮਨ ਦੀ ਮਿੱਟੀ ਨਾਲ ਪੈਰ ਲਿਬੜੇ ਸਨ। ਮਨ ਦੀ ਗੱਲ ਕਰਦਿਆਂ ਖਿਆਲ ਆਇਆ, ਮਨ ਹੀ ਹੋਂਦ ਤੇ ਉਹਦੀ ਸਾਰੀ ਫਿਲਾਸਫੀ ਜਦੋਂ ਨਹੀਂ ਸੀ ਹੁੰਦੀ, ਸ਼ਾਇਦ ਉਦੋਂ ਮਨੁੱਖ ਬਹੁਤ ਸੌਖਾ ਹੁੰਦਾ ਸੀ। ਮਨ ਦੀ ਫਿਲਾਸਫੀ ਸਾਨੂੰ ਆਸਟਰਿਕ ਕਲਪਨਾ ਨਹੀਂ ਦਿੱਤੀ। ਪਿੱਛੋਂ ਦੀ ਮੋਢੇ ਉੱਤੇ ਕਿਸੇ ਨੇ ਹੱਥ ਰੱਖਿਆ, ਵੇਖਿਆ ਗੌਤਮ ਖੜਾ ਸੀ। ਵਾਪਸ ਚੱਲਿਆ? ਲਾਇਬ੍ਰੇਰੀ 'ਚ ਰਹਿ ਗਿਆ ਸੀ, ਤੂੰ ਉੱਥੇ ਨਹੀਂ ਸੀ, ਇਸ ਲਈ ਮੈਨੂੰ ਦੇਰ ਹੋ ਗਈ। ਕੁਛ ਆ ਚੱਲੀਏ। ਨਹੀਂ, ਕਮਰੇ 'ਚ ਜਾਵਾਂਗਾ। ਉਹਨੇ ਕੁਛ ਨਹੀਂ ਕਿਹਾ, ਮੇਰੇ ਨਾਲ ਕਮਰੇ ਵੱਲ ਤੁਰ ਪਿਆ। ਰਾਹ 'ਚ ਚੁੱਪ ਰਿਹਾ ਸੀ। ਕਮਰੇ 'ਚ ਪਹੁੰਚ ਕੇ ਆਖਿਆ, ਤੇਰਾ ਹਰਜ ਹੋਏਗਾ, ਤੂੰ ਚਲੇ ਜਾਣਾ ਸੀ। ਰਾਤੀ ਬਹੁਤ ਦੇਰ ਤੱਕ ਪੜ੍ਹਦਾ ਰਿਹਾ। ਸਿਰ 'ਚ ਕੁਝ ਦਰਦ ਸੀ। ਠਹਿਰ ਕੇ ਚਲਾ ਜਾਵਾਂਗਾ। ਉਹਨੇ ਹੱਥ ਦੇ ਕਾਗਜ਼ਾਂ ਪੈਨਸਲਾਂ ਨੂੰ ਮੰਜੇ ਦੀ ਬਾਹੀ ਉੱਤੇ ਰੱਖ ਦਿੱਤਾ ਤੇ ਉਰਮੀ ਵਾਲੇ ਸਿਰਹਾਣੇ ਨਾਲ ਢੋ ਲਾ ਲਈ। ਕਹਿਣ ਲੱਗਾ, ਤੂੰ ਸੜਕ ਦੇ ਕੰਢੇ ਕਿੰਨੇ ਚਿਰ ਤੋਂ ਖੰਭੇ ਵਾਂਗ ਖਲੋਤਾ ਸੀ। ਮੈਂ ਤੈਨੂੰ ਦੂਰੋਂ ਵੇਖਿਆ ਸੀ, ਫਿਰ ਸੜਕ ਪਾਰ ਕੀਤੀ, ਤੇਰੇ ਕੋਲ ਆਇਆ। ਤੂੰ ਉੱਥੇ ਦਾ ਉੱਥੇ ਹੀ ਖੜਾ ਸੀ। ਸੋਚ ਰਿਹਾ ਸਾਂ, ਮੈਨੂੰ ਆਪੇ ਹੀ ਹਾਸਾ ਜਿਹਾ ਆ ਗਿਆ। ਪਰ ਦੱਸਿਆ, ਮਨ ਦੀ ਕਲਪਨਾ ਕਹਿੰਦੇ ਨੇ ਆਸਟਰਿਕ ਕਲਪਨਾ। ਹਿੰਦੂ ਫਲਸਫੇ ਨੇ ਇਹ ਉਹਨਾਂ ਤੋਂ ਲਈ ਸੀ। ਗੌਤਮ ਮੁਸਕਰਾ ਜਿਹਾ ਪਿਆ। ਮੈਂ ਆਪਣੇ ਵਹਿਣ 'ਚ ਪਿਆ ਸੀ। ਆਖੀ ਗਿਆ, ਉਹਨਾਂ ਦੇ ਸੁਭਾਅ ਦੀ ਇੱਕ ਖਾਸੀਅਤ ਉਦੋਂ ਵੀ ਸੀ ਤੇ ਹੁਣ ਵੀ ਹੈ। ਉਹ ਬੜੇ ਇਮੈਜੀਨੇਟਿਵ ਸੀ, ਪਰ ਪੈਸਿਵ ਅਗਰੈਸਿਵ ਬਿਲਕੁਲ ਨਹੀਂ। ਤੇਰੇ ਤੇ ਮੇਰੇ ਵਾਂਗ, ਜਿਵੇਂ ਅਸੀਂ ਕਈ ਕੁਝ ਕਰ ਸਕਦੇ ਹਾਂ, ਸਿਰਫ ਸੋਚੀ ਜਾ ਰਹੇ ਹਾਂ। ਜਿਵੇਂ ਅਸੀਂ ਕੁਝ ਨਹੀਂ ਕਰ ਸਕਦੇ, ਸਿਰਫ ਸੋਚੀ ਜਾ ਰਹੇ ਹਾਂ। ਤੇ ਮੈਂ ਉਸੇ ਸਾਹ ਇਹ ਵੀ ਆਖਿਆ, ਇਸੇ ਲਈ ਉਹਨਾਂ ਦੀ ਕਲਪਨਾ ਝੱਟ ਵਹਿਮਾਂ ਦੇ ਭਰਮਾਂ ਵੱਲ ਤਿਲਕ ਜਾਂਦੀ ਸੀ, ਜਿਵੇਂ ਤੂੰ ਉਹਨਾਂ ਜੰਤਰਾਂ ਤੇ ਮੰਤਰਾਂ ਵੱਲ ਪੈ ਗਿਆ ਸੀ। ਫਿਰ ਤਾਂ ਤੈਨੂੰ ਤੇ ਮੈਨੂੰ ਹੁਣ ਤੱਕ ਪਹਾੜਾਂ ਤੇ ਜੰਗਲਾਂ 'ਚ ਭੀਲ ਹੋਣਾ ਚਾਹੀਦਾ ਸੀ। ਇਹ ਜਦੋਂ ਆਰੀਅਨਜ਼ ਵਾਂਗ ਇੱਥੇ ਆਏ ਸੀ, ਉਹ ਹੱਥਾਂ 'ਚ ਸਿਰਫ ਤੀਰ ਕਮਾਨ ਲੈ ਕੇ ਆਏ ਸੀ, ਪਰ ਹਮੇਸ਼ਾ ਉਸੇ ਤਰ੍ਹਾਂ ਰਹੇ। ਆਰੀਅਨਜ਼ ਵੇਦ ਰਚਦੇ ਰਹੇ, ਪਰ ਉਹ ਤੀਰ ਕਮਾਨ ਲਈ ਉਸੇ ਤਰ੍ਹਾਂ ਜੰਗਲਾਂ 'ਚ ਬੈਠੇ ਰਹੇ। ਗੌਤਮ ਨੇ ਸਿਰਹਾਣੇ ਨੂੰ ਪਿੱਠ ਵੱਲੋਂ ਕੱਢ ਕੇ ਸਾਹਮਣੇ ਲੱਤਾਂ 'ਤੇ ਰੱਖ ਲਿਆ। ਪੰਚਤੰਤਰ ਕਹਿੰਦੇ ਨੇ ਆਸਟਰਿਕ ਸੋਚਾਂ ਦੇ ਸਹਾਰੇ ਬਣਿਆ ਸੀ। ਤੇ ਮੈਂ ਕਿਹਾ, ਪਰ ਨਾਲ ਹੀ ਕਿਹਾ ਕਿ ਹੁਣ ਮਨ ਦੀ ਫਿਲਾਸਫੀ ਜੇ ਸਾਡੀਆਂ ਸੋਚਾਂ 'ਚ ਆਈ ਚੁੱਕੀ ਹੈ ਤੇ ਇਹਦਾ ਕੀ ਹੋ ਸਕਦਾ ਹੈ? ਇਹ ਰਹੇਗੀ, ਭਾਵੇਂ ਕਿਤੋਂ ਆਈ ਹੋਵੇ, ਪਰ ਰਹੇਗੀ। ਫਿਰ ਪੁੱਛਿਆ, ਤੇਰਾ ਥੀਸਿਸ ਸ਼ੁਰੂ ਹੋ ਗਿਆ ਕਿ ਨਹੀਂ? ਕੱਲ੍ਹ ਰਾਤ ਸ਼ੁਰੂ ਕਰ ਦਿੱਤਾ ਹੈ, ਇਸੇ ਲਈ ਰਾਤ ਨੂੰ ਬਹੁਤ ਜਾਗਦਾ ਰਿਹਾ ਸੀ। ਗੌਤਮ ਨੇ ਮੰਜੀ ਦੀ ਬਾਹੀ 'ਤੇ ਰੱਖੇ ਹੋਏ ਕਾਗਜ਼ ਚੁੱਕੇ ਤੇ ਕਹਿਣ ਲੱਗਾ, ਰਫ ਨੋਟਸ ਜਿਹੜੇ ਪਹਿਲੇ ਲਿਖੇ ਉਹ ਮੇਰੇ ਕੋਲ ਨੇ, ਤੈਨੂੰ ਸੁਣਾਵਾਂ ਮੈਂ ਕਿਵੇਂ ਸ਼ੁਰੂ ਕੀਤਾ? ਮੈਨੂੰ ਜਾਪਿਆ ਹੁਣ ਜਿਵੇਂ ਗੌਤਮ ਸੰਭਲ ਰਿਹਾ ਹੋਵੇ, ਪਰ ਮੈਂ ਪੈਰਾਂ ਤੋਂ ਉਖੜ ਰਿਹਾ ਹੋਵਾਂ। ਮੈਂ ਉਹਦੇ ਵੱਲ ਧਿਆਨ ਜੋੜ ਕੇ ਆਖਿਆ, ਸੁਣਾ। ਗੌਤਮ ਨੇ ਕੁਝ ਕਾਗਜ਼ ਨੰਬਰਵਾਰ ਕੀਤੇ ਤੇ ਪੜ੍ਹਨ ਲੱਗਾ ਕਿ ਅਚਾਨਕ ਕਾਗਜ਼ਾਂ ਤੋਂ ਸਿਰ ਚੁੱਕ ਕੇ ਆਖਣ ਲੱਗਾ, ਵਿੱਚ ਇੱਕ ਖਿਆਲ ਆ ਗਿਆ ਹੈ ਤੇਰੀ ਆਸਟਰਿਕ ਕਲਪਨਾ ਤੋਂ ਕਿ ਨਾਂਗਿਆਂ 'ਚ ਮੰਗੋਲ ਫੀਚਰਸ ਲੱਭਦੇ ਨੇ, ਜਿਵੇਂ ਕੋਲ ਭੀਲ ਤੇ ਮੁੰਡਾ ਲੋਕਾਂ 'ਚ ਆਸਟ੍ਰੇਲੀਅਨ, ਪਰ ਨੈਗਰਾਈਡ ਫੀਚਰ ਹੁਣ ਸਾਨੂੰ ਕਿਤੇ ਨਹੀਂ ਲੱਭਦੇ। ਹਾਲਾਂਕਿ ਅਜੰਤਾ ਦੀਆਂ ਮੂਰਤਾਂ 'ਚ ਸਿਰਫ ਉਹਨਾਂ ਦੇ ਨੈਣ ਨਕਸ਼ ਸਾਂਭੇ ਹੋਏ ਨੇ। ਪਰ ਤੈਨੂੰ ਪਤਾ ਹੈ, ਹਿੰਦੂ ਫਲਸਫੇ ਵਿੱਚ ਪਿੱਤਰਾਂ ਦੇ ਸ਼ਰਾਧਾਂ ਦੀ ਜਿੰਨੀ ਮਾਨਤਾ ਹੈ, ਉਹ ਇਹਨਾਂ ਦੀ ਕਲਪਨਾ ਤੋਂ ਆਈ ਸੀ। ਖਾਸ ਕਰ ਰੁੱਖਾਂ ਤੇ ਜਾਨਵਰਾਂ ਦੀ ਮਾਨਤਾ ਵੀ ਉਹਨਾਂ ਦੀ ਸੋਚ ਸੀ। ਸਵਰਗ ਦੇ ਰਾਹ 'ਚ ਇੱਕ ਪੁਲ ਹੈ ਜਿਹੜਾ ਔਖੀ ਤਰ੍ਹਾਂ ਲੰਘਣਾ ਪੈਂਦਾ ਹੈ, ਇਹ ਖਿਆਲ ਵੀ ਉਹਨਾਂ ਨੇ ਹੀ ਦਿੱਤਾ ਸੀ। ਪਤਾ ਨਹੀਂ ਕਿੱਥੋਂ ਕੀ ਆਇਆ। ਮੈਨੂੰ ਆਪਣੇ ਆਪ ਉੱਤੇ ਹਾਸਾ ਆ ਗਿਆ ਤੇ ਸੋਚ ਆਈ, ਪਰ ਸਭ ਕੁਝ ਰਲਾ ਕੇ ਆਖਰ ਬਣਿਆ ਕੀ? ਅੱਛਾ, ਤੂੰ ਥੀਸਿਸ ਸੁਣਾ, ਕਿਵੇਂ ਸ਼ੁਰੂ ਕੀਤਾ ਈ? ਮੈਂ ਸੰਭਲ ਕੇ ਆਖਿਆ। ਗੌਤਮ ਨੇ ਫਿਰ ਕਾਗਜ਼ਾਂ ਵੱਲ ਧਿਆਨ ਕੀਤਾ। ਇਸ ਦਿਸਦੀ ਜ਼ਿੰਦਗੀ ਦੇ ਪਿੱਛੇ ਕਿਹੜੀਆਂ ਅਦਿੱਖ ਤਾਕਤਾਂ ਹਨ? ਮਨੁੱਖ ਦੀ ਇਸ ਸੋਚ ਵਿੱਚੋਂ ਜੋ ਇਤਿਹਾਸ ਸ਼ੁਰੂ ਹੁੰਦਾ ਹੈ, ਉਹਦੇ ਦੋ ਮੁੱਢਲੇ ਰੂਪ ਸਾਨੂੰ ਲੱਭਦੇ ਹੈ, ਇੱਕ ਪੂਜਾ, ਇੱਕ ਹੋਮ। ਆਰੀਅਨਸ ਦੇ ਤੋਂ ਪਹਿਲੇ ਸਮੇਂ 'ਚ ਪੂਜਾ ਜ਼ਰੂਰ ਸੀ, ਪਰ ਯੱਗ ਹੋਮ ਨਹੀਂ ਸੀ। ਅੱਛਾ, ਅਚਾਨਕ ਮੇਰੇ ਮੂੰਹ ਨਿਕਲਿਆ। ਗੌਤਮ ਆਖ ਰਿਹਾ ਸੀ, ਪੂ ਦਾ ਅਰਥ ਪੁਸ਼ਪ ਹੈ, ਫੁੱਲ। ਪੂਜਾ ਦਾ ਭਾਵ ਹੈ ਪੁਸ਼ਪ ਕਰਮ। ਇਹ ਦ੍ਰਿਵੇਦੀਅਨ ਸੋਚ ਸੀ, ਗੈਰ ਆਰੀਅਨਸ। ਉਹ ਸਿਰਫ ਅਦਿੱਖ ਤਾਕਤਾਂ ਅੱਗੇ ਫੁੱਲ ਪੱਤਰ ਚੜ੍ਹਾ ਕੇ ਸੰਤੁਸ਼ਟ ਹੋ ਜਾਂਦੇ ਸੀ। ਫਿਰ ਮੇਰੇ ਮੂੰਹੋਂ ਤਾਂਘ ਨਾਲ ਨਿਕਲਿਆ, ਫਿਰ ਆਰੀਅਨਸ ਆਏ, ਈਰਾਨ ਵੱਲੋਂ ਜਾਂ ਦੱਖਣੀ ਰੂਸ ਵੱਲੋਂ। ਉਹ ਅੰਨ ਨੂੰ ਉਗਾਉਣਾ ਨਹੀਂ ਸੀ ਜਾਣਦੇ, ਭੇਡਾਂ ਦੇ ਮਾਸ 'ਤੇ ਗੁਜ਼ਾਰਾ ਕਰਦੇ ਸੀ। ਕੁਦਰਤੀ ਤਾਕਤਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਉਹਨਾਂ ਨੇ ਅਗਨੀ ਨੂੰ ਇੱਕ ਅਜਿਹਾ ਦੂਤ ਸੋਚਿਆ
ਜਿਹਦੇ ਰਾਹੀਂ ਉਹ ਅਣਦਿਸਦੀਆਂ ਤਾਕਤਾਂ ਨਾਲ ਆਪਣਾ ਸੰਬੰਧ ਜੋੜ ਸਕਦੇ ਸੀ। ਇਸ ਲਈ ਜਦੋਂ ਅੱਗ ਬਾਲਦੇ, ਜੋ ਕੁਝ ਖਾਣ ਨੂੰ ਕੋਲ ਹੁੰਦਾ, ਪਹਿਲੇ ਉਹਦਾ ਇੱਕ ਹਿੱਸਾ ਕੱਢ ਕੇ ਅਗਨੀ 'ਚ ਪਾ ਦਿੰਦੇ। ਸੋ ਭੇਡ ਬੱਕਰੀ ਜਾਂ ਜਿਹੜਾ ਵੀ ਪਸ਼ੂ ਪੰਛੀ ਮਾਰਦੇ, ਹਾਂ, ਇਸੇ ਰੀਤ ਦਾ ਨਾਂ ਹੋਮ ਸੀ। ਦ੍ਰਵੇਦੀਅਨਸ ਨੇ ਪੂਜਾ ਆਰੰਭੀ, ਆਰੀਅਨਸ ਨੇ ਹੋਮ। ਉਸੇ ਦਾ ਨਾਂ ਪੁਸ਼ਪਕਰਮ ਸੀ, ਇਹਦਾ ਨਾਂ ਪਸ਼ੂਕਰਮ ਰੱਖਿਆ ਗਿਆ। ਉਹਨਾਂ ਦੀ ਖੁਰਾਕ 'ਚ ਜਿਉਂ-ਜਿਉਂ ਦੁੱਧ, ਮੱਖਣ ਅਤੇ ਅਨਾਜ ਸ਼ਾਮਲ ਹੋਇਆ, ਉਹਦਾ ਹਿੱਸਾ ਵੀ ਮਾਸ ਦੇ ਨਾਲ ਨਾਲ ਅੱਗ 'ਚ ਪਾਉਣ ਦੀ ਰੀਤ ਬਣੀ। ਸੋ ਇੱਥੋਂ ਬਲੀ ਦੀ ਪ੍ਰਥਾ ਬਣੀ। ਹਾਂ, ਗੌਤਮ ਨੇ ਲੱਤਾਂ ਉੱਤੇ ਪਏ ਸਿਰਹਾਣੇ ਨੂੰ ਹੱਥ 'ਚ ਪੀਚ ਜਿਹਾ ਲਿਆ। ਕਹਿਣ ਲੱਗਾ, ਮਨੁੱਖ ਨੂੰ ਕਦੇ ਅਸਮਾਨੀ ਤਾਕਤਾਂ ਦਾ ਖੌਫ ਖਾਂਦਾ ਰਿਹਾ, ਕਦੇ ਧਰਤੀ ਦੀਆਂ ਮੁਸੀਬਤਾਂ ਦਾ, ਭੁੱਖ ਦਾ, ਦੁਸ਼ਮਣ ਦਾ, ਸਮਾਜ ਦਾ ਅਤੇ ਭੇਡਾਂ, ਕੁੱਕੜਾਂ, ਘੋੜਿਆਂ ਦੀ ਬਲੀ ਦੇ ਕੇ ਆਪਣੇ ਅਜ਼ੀਜ਼ਾਂ ਪਿਆਰਿਆਂ ਦੀ ਵੀ ਉਹ ਸੋਚਦਾ ਰਿਹਾ ਕਿ ਉਹਦੀ ਜ਼ਿੰਦਗੀ ਦੇ ਮੁਸੀਬਤਾਂ ਟਲ ਜਾਣਗੀਆਂ। ਇਹ ਖਿਆਲ ਸ਼ਾਇਦ ਕਦੇ ਵੀ ਖਤਮ ਨਹੀਂ ਹੋਏਗਾ। ਗੌਤਮ ਦਾ ਮੱਥਾ ਉਹਦੇ ਹੱਥ 'ਚ ਪੀਚੇ ਸਿਰਹਾਣੇ ਦੇ ਵੱਟਾਂ ਵਾਂਗ ਵੱਟਿਆ ਗਿਆ। ਬਲੀ ਦੀ ਇਹ ਰਸਮ ਹੁਣ ਵੀ ਚਲੀ ਆਉਂਦੀ ਹੈ। ਅਜੇ ਹੁਣ ਉਹਨਾਂ ਨੇ ਉਰਮੀ ਦੀ ਬਲੀ ਦਿੱਤੀ ਹੈ। ਉਸ ਤੋਂ ਅੱਗੇ ਕੁਝ ਕਹਿਣ ਜੋਗਾ ਅਤੇ ਕੁਝ ਸੋਚਣ ਜੋਗਾ ਨਹੀਂ ਸੀ ਰਿਹਾ। ਮੈਂ ਚੁੱਪ ਸੀ, ਗੌਤਮ ਚੁੱਪ ਸੀ। ਗੌਤਮ ਨੂੰ ਸਿਰ 'ਚ ਦਰਦ ਸੀ, ਪਰ ਥੋੜ੍ਹੇ ਚਿਰ ਪਿੱਛੋਂ ਹੀ ਉਹਦਾ ਪਿੰਡਾ ਕੁਝ ਭਖਣ ਲੱਗ ਪਿਆ। ਉੱਠ ਕੇ ਜਾਣ ਲੱਗਾ, ਕਹਿਣ ਲੱਗਾ, ਅੱਜ ਲਾਇਬ੍ਰੇਰੀ ਨਹੀਂ ਜਾਏਗਾ। ਮੈਂ ਹੀ ਉਹਨੂੰ ਰੋਕ ਲਿਆ ਸੀ। ਜੇ ਲਾਇਬ੍ਰੇਰੀ ਨਹੀਂ ਜਾਣਾ ਤਾਂ ਉੱਥੇ ਕਮਰੇ 'ਚ ਇਕੱਲਾ ਕੀ ਕਰੇਗਾ? ਰਾਤ ਇੱਥੇ ਰਹਿ ਜਾ, ਬੁਖਾਰ ਸ਼ਾਇਦ ਵੱਧ ਨਾ ਜਾਏ। ਅੱਗੇ ਕਦੀ ਉਹ ਮੇਰੇ ਕਮਰੇ 'ਚ ਰਾਤ ਨਹੀਂ ਸੀ ਰਿਹਾ, ਪਹਿਲੀ ਵਾਰ ਰਿਹਾ। ਪਰ ਅੱਧੀ ਰਾਤ ਤੱਕ ਇੰਨਾ ਬੇਚੈਨ ਸੀ, ਮੈਨੂੰ ਲੱਗਦਾ ਰਿਹਾ ਕਿ ਉਰਮੀ ਵਾਲੀ ਮੰਜੀ ਉੱਤੇ ਸ਼ਾਇਦ ਉਹ ਹਸ਼ਰ ਤੱਕ ਜਾਗਦਾ ਰਹੇਗਾ, ਸੌਂ ਨਹੀਂ ਸਕੇਗਾ। ਉਹਦਾ ਪਿੰਡਾ ਤੱਤਾ ਸੀ, ਪਰ ਤੇਜ਼ ਬੁਖਾਰ ਵਾਂਗ ਨਹੀਂ ਸੀ। ਪਰ 2-3 ਵਾਰੀ ਚਾਹ ਪੀਣ ਤੋਂ ਛੁੱਟ ਉਹਨੇ ਕੁਛ ਨਹੀਂ ਖਾਧਾ। ਕਮਰੇ ਦੇ ਨਾਲ ਲੱਗਦਾ ਇੱਕ ਛੋਟਾ ਜਿਹਾ ਵਰਾਂਡਾ ਸੀ, ਜਿਹਨੂੰ ਫੱਟਿਆਂ ਨਾਲ ਕੱਜ ਕੇ ਜਦੋਂ ਉਰਮੀ ਹੁੰਦੀ ਸੀ, ਮੈਂ ਇੱਕ ਛੋਟੀ ਜਿਹੀ ਰਸੋਈ ਬਣਾਈ ਸੀ। ਬਿਜਲੀ ਦਾ ਸਟੋਵ ਅਤੇ ਉਹ ਭਾਂਡੇ ਅਜੇ ਵੀ ਉੱਥੇ ਉਸੇ ਤਰ੍ਹਾਂ ਪਏ ਸੀ। ਪਰ ਉਰਮੀ ਦੇ ਜਾਣ ਪਿੱਛੋਂ ਮੈਂ ਕਦੇ ਉਹਨਾਂ ਨੂੰ ਵਰਤਿਆ ਨਹੀਂ ਸੀ। ਤਰਕਾਲਾਂ ਵੇਲੇ ਗੌਤਮੀ ਦੇ ਕਹਿਣ 'ਤੇ ਮੈਂ ਕੁਝ ਖੰਡ, ਦੁੱਧ ਅਤੇ ਚਾਹ ਦੀ ਪੱਤੀ ਲਿਆ ਕੇ ਉੱਥੇ ਚਾਹ ਬਣਾਈ ਸੀ। ਪਰ ਅੱਧੀ ਰਾਤ ਇੱਕ ਵਾਰੀ ਖੜਾਕ ਨਾਲ ਮੈਂ ਜਾਗਿਆ ਵੇਖਿਆ, ਗੌਤਮ ਉਸ ਵੇਲੇ ਵੀ ਉੱਥੇ ਜਾ ਕੇ ਚਾਹ ਬਣਾ ਰਿਹਾ ਸੀ। ਮੈਂ ਨੀਂਦਰ ਜਿਹੀ 'ਚ ਪੁੱਛਿਆ, ਗੌਤਮ ਤੂੰ ਸੁੱਤਾ ਨਹੀਂ? ਤੈਨੂੰ ਬੁਖਾਰ ਬਹੁਤਾ ਤਾਂ ਨਹੀਂ? ਉਹਨੇ ਤਸੱਲੀ ਦਿੱਤੀ, ਨਹੀਂ ਹੁਣ ਤਾਂ ਬੁਖਾਰ ਕੋਈ ਨਹੀਂ, ਤੂੰ ਸੌਂ ਜਾ। ਮੈਂ ਸ਼ਾਇਦ ਬਹੁਤ ਨੀਂਦਰ 'ਚ ਸੀ, ਫਿਰ ਮੈਨੂੰ ਕੁਝ ਪਤਾ ਨਹੀਂ ਗੌਤਮ ਕਿੰਨਾ ਚਿਰ ਜਾਗਦਾ ਰਿਹਾ। ਸਵੇਰੇ ਜਦੋਂ ਮੇਰੀ ਨੀਂਦਰ ਖੁੱਲ੍ਹੀ, ਮੈਂ ਉੱਠ ਕੇ ਗੌਤਮ ਦੇ ਪਿੰਡੇ ਨੂੰ ਹੱਥ ਲਾਇਆ। ਪਿੰਡਾ ਜ਼ੋਰ ਦੀ ਭਖਦਾ ਪਿਆ ਸੀ, ਪਰ ਉਹ ਨੀਂਦਰ 'ਚ ਸੀ ਅਤੇ ਮੈਂ ਉਹਨੂੰ ਜਗਾਇਆ ਨਹੀਂ। ਕੁਛ ਦੇਰ ਪਿੱਛੋਂ ਲੱਗਾ ਜਿਵੇਂ ਉਹ ਨੀਂਦਰ 'ਚ ਕੁਝ ਬੋਲ ਰਿਹਾ ਹੋਵੇ। ਮੈਂ ਉਹਦੀ ਮੰਜੀ ਦੇ ਕੋਲ ਹੋ ਕੇ ਉਹਨੂੰ ਹਿਲਾਇਆ, ਪਿੰਡੇ ਨੂੰ ਟੋਹਿਆ ਤਾਂ ਮੁੜਕੇ ਨਾਲ ਭਿੱਜਾ ਹੋਇਆ ਸੀ। ਅਚਾਨਕ ਉਹਨੇ ਸੁੱਤੇ ਪਏ ਨੇ ਆਪਣੇ ਪਿੰਡੇ ਨਾਲ ਛੂੰਹਦੀ ਮੇਰੀ ਬਾਂਹ ਘੁੱਟ ਕੇ ਫੜ ਲਈ ਅਤੇ ਸਾਰਾ ਜ਼ੋਰ ਲਾ ਕੇ ਆਪਣੇ ਵੱਲ ਖਿੱਚੀ। ਉਹਦੇ ਇਸੇ ਆਪਣੇ ਜ਼ੋਰ ਨਾਲ ਉਹਦੀ ਨੀਂਦਰ ਖੁੱਲ੍ਹ ਗਈ ਅਤੇ ਉਹ ਮੇਰੇ ਵੱਲ ਇੰਝ ਤੱਕਣ ਲੱਗ ਪਿਆ ਜਿਵੇਂ ਮੈਨੂੰ ਪਛਾਣਦਾ ਨਾ ਹੋਵੇ। ਗੌਤਮ ਤੇਰਾ ਬੁਖਾਰ ਲੈ ਗਿਆ? ਵੇਖ ਤੈਨੂੰ ਕਿੰਨਾ ਮੁੜਕਾ ਆਇਆ। ਮੈਂ ਉਹਨੂੰ ਤਸੱਲੀ ਜੀ ਦੇਣ ਲਈ ਉਹ ਆਪਣੇ ਮੂੰਹੋਂ ਕੱਢਿਆ, ਮੈਂ ਇੱਥੇ ਕੰਢੇ 'ਤੇ ਕਿਸ ਤਰ੍ਹਾਂ ਆ ਗਿਆ? ਕੰਢੇ 'ਤੇ? ਕਿਹੜੇ ਕੰਢੇ 'ਤੇ? ਮੈਂ ਹੈਰਾਨ ਉਹਨੂੰ ਪੁੱਛ ਰਿਹਾ ਸੀ। ਗੌਤਮ ਬੋਲਿਆ ਨਹੀਂ, ਮੇਰੇ ਵੱਲ ਤੱਕਦਾ ਰਿਹਾ। ਫਿਰ ਉਹਨੇ ਸਿਰਹਾਣੇ ਤੋਂ ਸਿਰ ਚੁੱਕ ਕੇ ਸਾਰੇ ਕਮਰੇ ਵੱਲ ਤੱਕਿਆ ਅਤੇ ਫਿਰ ਮੰਜੀ ਤੋਂ ਉੱਠ ਕੇ ਮੰਜੀ ਦੀ ਬਾਹੀ ਉੱਤੇ ਬਹਿ ਗਿਆ। ਮੈਨੂੰ ਜਾਪਿਆ ਉਹਦੇ ਪਿੰਡੇ ਨੂੰ ਇੱਕ ਕਾਂਬਾ ਜਿਹਾ ਆਇਆ ਸੀ। ਮੈਂ ਉਹਦੀ ਲਾਹੀ ਹੋਈ ਰਜਾਈ ਫਿਰ ਉਹਦੇ ਬੈਠੇ ਹੋਏ ਦੇ ਮੋਢਿਆਂ ਕੋਲ ਰੱਖ ਦਿੱਤੀ। ਰਾਤੀ ਬੜੀ ਅਜੀਬ ਜਿਹੇ ਸੁਪਨੇ ਆਉਂਦੇ ਰਹੇ। ਗੌਤਮ ਨੇ ਕਿੰਨੇ ਚਿਰ ਪਿੱਛੋਂ ਪਰਤੀ ਹੋਈ ਹੋਸ਼ ਨਾਲ ਆਖਿਆ, ਸ਼ਾਇਦ ਬੁਖਾਰ ਸੀ ਇਸ ਲਈ। ਮੈਂ ਕਿਹਾ, ਸ਼ਾਇਦ। ਉਹਨੇ ਇੰਨਾ ਕਿਹਾ ਅਤੇ ਚੁੱਪ ਕਰ ਰਿਹਾ। ਮੈਂ ਸੋਚਿਆ ਸੀ ਮੈਂ ਸੁਪਨਿਆਂ ਦੀ ਗੱਲ ਨਹੀਂ ਪੁੱਛਾਂਗਾ, ਉਹਨੂੰ ਮੁੜ ਕੇ ਉਹਨਾਂ ਦਾ ਚੇਤਾ ਨਹੀਂ ਕਰਾਵਾਂਗਾ। ਪਰ ਮੈਂ ਉਹਦੇ ਕੋਲੋਂ ਉੱਠਣ ਲੱਗਾ ਤਾਂ ਉਹਨੇ ਮੈਨੂੰ ਇਸ਼ਾਰੇ ਨਾਲ ਬੈਠੇ ਰਹਿਣ ਲਈ ਆਖਿਆ। ਆਖਣ ਲੱਗਾ, ਇੰਨੇ ਦਿਨ ਮੈਨੂੰ ਇੱਕ ਵਾਰੀ ਵੀ ਉਰਮੀ ਦਾ ਸੁਪਨਾ ਨਹੀਂ ਸੀ ਆਇਆ। ਅੱਜ ਰਾਤੀ ਪਹਿਲੀ ਵਾਰ ਉਹਦਾ ਸੁਪਨਾ ਆਇਆ। ਉਹ ਕੁਝ ਬੋਲੀ? ਉਹਨੇ ਕੁਝ ਮੂੰਹ ਆਖਿਆ? ਮੈਂ ਸੋਚਿਆ ਸੀ ਸੁਪਨੇ ਦੀ ਗੱਲ ਨਹੀਂ ਪੁੱਛਾਂਗਾ, ਪਰ ਉਹ ਜਦੋਂ ਸੁਪਨੇ ਨੂੰ ਸੁਣਾਉਣ ਲੱਗਾ ਤਾਂ ਮੇਰੇ ਕੋਲੋਂ ਤਾਂਘ ਨਾਲ ਹੀ ਪੁੱਛਿਆ ਗਿਆ। ਜਾਪਿਆ ਕੀ ਪਤਾ ਸੁਪਨੇ 'ਚ ਉਹਨੇ ਆਪਣੇ ਨਾਲ ਜੋ ਬੀਤੀ ਸੀ ਉਹ ਦੱਸੀ ਹੋਵੇ। ਸੁਪਨੇ 'ਚ ਬੜਾ ਹੀ ਕੁਝ ਰਲਿਆ ਹੋਇਆ ਸੀ। ਮੈਂ ਉਹਨੂੰ ਕਈ ਤਰ੍ਹਾਂ ਕਈ ਸ਼ਕਲਾਂ 'ਚ ਵੇਖਿਆ। ਪਹਿਲੇ ਇੱਕ ਮੰਦਰ 'ਚ ਵੇਖਿਆ,
ਉਜਾੜ ਜੰਗਲ 'ਚ ਇੱਕ ਮੰਦਰ ਸੀ, ਪਰ ਮੰਦਰ ਦੇ ਅੰਦਰ ਬੜੇ ਲੋਕ ਸੀ। ਉਹ ਇੱਕ ਦੇਵੀ ਦੀ ਪੂਜਾ ਕਰ ਰਹੇ ਸਨ। ਗੌਤਮ ਨੇ ਤਲੀ ਨਾਲ ਮੱਥੇ ਦਾ ਮੁੜਕਾ ਪੂੰਝਿਆ, ਮੇਰੇ ਵੱਲ ਤੱਕ ਕੇ ਕਹਿਣ ਲੱਗਾ, ਪੱਥਰ ਦੀ ਉਹ ਮੂਰਤੀ ਉਰਮੀ ਦੀ ਮੂਰਤੀ ਸੀ। ਸਿਰਫ ਉਸ ਮੂਰਤੀ 'ਚ ਇੱਕ ਅਜੀਬ ਗੱਲ ਸੀ ਕਿ ਉਹਦੀ ਵੱਖੀ 'ਚੋਂ ਕਿੰਨੇ ਹੀ ਫੁੱਲ ਅਤੇ ਪੱਤਰ ਉੱਗੇ ਹੋਏ ਸਨ। ਫੁੱਲ ਪੱਤਰ ਲੋਕਾਂ ਦੇ ਚੜ੍ਹਾਏ ਹੋਣਗੇ, ਮੈਂ ਕਹਿ ਰਿਹਾ ਸੀ ਕਿ ਗੌਤਮ ਨੇ ਜ਼ੋਰ ਨਾਲ ਆਖਿਆ। ਮੂਰਤੀ ਕੋਲ ਪਏ ਨਹੀਂ ਸੀ, ਉਹਦੇ ਪਿੰਡੇ 'ਚੋਂ ਉੱਗੇ ਹੋਏ। ਗੌਤਮ ਕਿੰਨਾ ਚਿਰ ਸੋਚਦਾ ਰਿਹਾ, ਫਿਰ ਆਖਣ ਲੱਗਾ, ਮੇਰਾ ਖਿਆਲ ਹੈ ਮੈਂ ਪਿਛਲੇ ਦਿਨਾਂ 'ਚ ਜੋ ਮਹੰਜੋਦੜੋ ਦੇ ਖੰਡਰਾਂ 'ਚੋਂ ਨਿਕਲੀ ਮੂਰਤੀ ਬਾਰੇ ਪੜ੍ਹਿਆ ਸੀ, ਸ਼ਾਇਦ ਉਸੇ ਤੋਂ ਇਹ ਸੁਪਨਾ ਆਇਆ। ਖੰਡਰਾਂ ਵਿੱਚੋਂ ਜੋ ਸ਼ਾਹੀ ਮੋਹਰਾਂ ਨਿਕਲੀਆਂ, ਇਹ ਤਸਵੀਰ ਮੋਹਰਾਂ ਉੱਤੇ ਉੱਕਰੀ ਹੋਈ ਮਿਲੀ। ਦ੍ਰਿਵੇਦੀਅਨਜ਼ ਨੇ ਪੂਜਾ ਲਈ ਜੋ ਸਭ ਤੋਂ ਪਹਿਲੀ ਦੇਵੀ ਕਲਪੀ ਸੀ, ਉਹ ਧਰਤੀ ਸੀ। ਇਸੇ ਲਈ ਦੇਵੀ ਦੀ ਕੁੱਖ ਵਿੱਚੋਂ ਨਿਕਲਦੇ ਫੁੱਲ ਪੱਤੇ ਉਹ ਮੂਰਤੀ 'ਚ ਬਣਾਉਂਦੇ ਹੁੰਦੇ ਸੀ। ਹਾਂ, ਸੁਪਨਾ ਉਸੇ 'ਤੇ ਆਇਆ ਹੋਏਗਾ। ਮੈਂ ਸਿਰਫ ਇੰਨਾ ਹੀ ਕਿਹਾ। ਉਂਝ ਮਨ 'ਚ ਆਇਆ ਕਿ ਗੌਤਮ ਦੇ ਅਚੇਤਨ ਮਨ 'ਚ ਸ਼ਾਇਦ ਆਪਣੇ ਬੱਚੇ ਦਾ ਖਿਆਲ ਵੀ ਹੋਏਗਾ, ਅਤੇ ਸ਼ਾਇਦ ਉਹੀ ਬੱਚਾ ਮੂਰਤੀ ਦੇ ਪਿੰਡੇ 'ਚ ਉੱਗਦੇ ਫੁੱਲਾਂ ਪੱਤਿਆਂ ਦਾ ਚਿੰਨ੍ਹ ਹੋਏਗਾ, ਪਰ ਗੌਤਮ ਨੂੰ ਨਹੀਂ ਆਖਿਆ। ਗੌਤਮ ਕਹਿਣ ਲੱਗਾ, ਮੰਦਰ 'ਚ ਬਹੁਤ ਭੀੜ ਸੀ। ਮੈਂ ਭੀੜ 'ਚੋਂ ਲੰਘ ਕੇ ਛੇਤੀ ਨਾਲ ਮੂਰਤੀ ਦੇ ਕੋਲ ਜਾਣਾ ਚਾਹੁੰਦਾ ਸੀ, ਪਰ ਲੋਕ ਮੈਨੂੰ ਲੰਘਣ ਨਹੀਂ ਸੀ ਦਿੰਦੇ। ਫਿਰ ਉਹਨਾਂ ਨੇ ਮੂਰਤੀ ਦੇ ਅੱਗੇ ਅੱਗ ਬਾਲਤੀ, ਉਹਦੇ ਦੁਆਲੇ ਖਲੋ ਕੇ ਕੋਈ ਮੰਤਰ ਪੜ੍ਹਨ ਲੱਗ ਪਏ। ਮੈਂ ਅੱਗ ਦੇ ਕੋਲੋਂ ਦੀ ਲੰਘ ਕੇ ਆਖਰ ਮੂਰਤੀ ਦੇ ਨੇੜੇ ਪਹੁੰਚ ਗਿਆ, ਪਰ ਇੰਨੇ ਚਿਰ 'ਚੋਂ ਕਿਸੇ ਨੇ ਅੱਗ ਦੇ ਕੋਲ ਇੱਕ ਜਿਉਂਦੀ ਕੁੜੀ ਨੂੰ ਲਿਆ ਕੇ ਖੜ੍ਹਾ ਕਰ ਦਿੱਤਾ, ਅਤੇ ਮੈਨੂੰ ਪਤਾ ਨਹੀਂ ਕਿਹਨੇ ਹੌਲੀ ਜਿਹੀ ਦੱਸਿਆ ਕਿ ਅੱਜ ਦੇ ਦਿਨ ਪੁੰਨਿਆਂ ਵਾਲੀ ਰਾਤ ਇਸ ਦੇਵੀ ਦੇ ਮੰਦਰ 'ਚ ਬਲੀ ਦਿੱਤੀ ਜਾਂਦੀ ਹੈ। ਤੂੰ ਅੱਜ ਕੱਲ੍ਹ ਬਲੀ ਦਾ ਇਤਿਹਾਸ ਪੜ੍ਹ ਰਿਹਾ ਨਾ, ਇਸੇ ਲਈ ਇਹੋ ਜਿਹਾ ਸੁਪਨਾ ਆਇਆ, ਮੈਂ ਆਖਿਆ। ਗੌਤਮ ਨੇ ਵੀ ਸਿਰ ਹਿਲਾ ਕੇ ਹਾਂ ਆਖਿਆ, ਪਰ ਨਾਲ ਹੀ ਆਖਿਆ, ਜਦੋਂ ਮੈਂ ਅੱਗ ਦੇ ਕੋਲ ਖਲੋਤੀ ਉਸ ਕੁੜੀ ਵੱਲ ਤੱਕਿਆ ਤਾਂ ਮੇਰੀ ਚੀਕ ਨਿਕਲ ਗਈ। ਉਹ ਉਰਮੀ ਸੀ। ਉਰਮੀ ਪੱਥਰ ਦੀ ਦੇਵੀ ਵੀ ਸੀ, ਅਤੇ ਉਰਮੀ ਉਹਦੇ ਅੱਗੇ ਦਿੱਤੀ ਜਾਣ ਵਾਲੀ ਬਲੀ ਵੀ ਸੀ। ਗੌਤਮ ਬੜੀ ਦੇਰ ਚੁੱਪ ਰਿਹਾ, ਫਿਰ ਇਸ ਕਮਰੇ 'ਚ ਤੁਰਦਾ ਉਹ ਫਿਰ ਰਾਤ ਵਾਲੇ ਕਮਰੇ ਵੱਲ ਚਲਾ ਗਿਆ। ਮੇਰੀ ਆਪਣੀ ਚੀਕ ਨਾਲ ਨੀਂਦਰ ਖੁੱਲ੍ਹ ਗਈ। ਫਿਰ ਗੌਤਮ ਨੇ ਦੱਸਿਆ ਕਿ ਮੈਂ ਰਾਤੀ ਕਿੰਨਾ ਚਿਰ ਉੱਠ ਕੇ ਬਾਹਰ ਵਰਾਂਡੇ 'ਚ ਖਲੋਤਾ ਰਿਹਾ, ਮੰਦਰ ਵਾਲੇ ਸੁਪਨੇ ਨੂੰ ਸੋਚਦਾ ਰਿਹਾ। ਫਿਰ ਜਦੋਂ ਸੌਣ ਦੀ ਕੋਸ਼ਿਸ਼ ਕਰਾਂ, ਅੱਖਾਂ ਅੱਗੇ ਉਹੀ ਮੰਦਰ ਆ ਜਾਏ। ਨੀਂਦਰ ਨਹੀਂ ਸੀ ਆਉਂਦੀ। ਫਿਰ ਪਤਾ ਨਹੀਂ ਕਿਸ ਵੇਲੇ ਨੀਂਦਰ ਪੈ ਗਈ, ਅਤੇ ਹੁਣ ਇਹ ਸਵੇਰ ਸਾਰੇ ਇੱਕ ਸੁਪਨਾ ਆਇਆ ਕਿ ਉਰਮੀ ਇੱਕ ਦਰਿਆ ਦੇ ਕੰਢੇ ਖਲੋਤੀ ਹੋਈ ਸੀ। ਮੈਂ ਵੀ ਉਹਦੇ ਕੋਲ ਸੀ। ਉਹ ਦਰਿਆ 'ਚੋਂ ਪਾਣੀ ਦੇ ਬੁੱਕ ਭਰ ਭਰ ਕੇ ਆਪਣੇ ਪੈਰ ਧੋਂਦੀ ਪਈ ਸੀ ਅਤੇ ਹੱਸਦੀ ਪਈ ਸੀ। ਮੈਨੂੰ ਯਾਦ ਏ, ਉਹ ਕਦੀ ਕਦੀ ਲੋਰ ਵਿੱਚ ਗਾਉਂਦੀ ਹੁੰਦੀ ਸੀ, ਪ੍ਰੀਤ ਤਾਂ ਮੇਰੀ ਸੋਨੇ ਦਾ ਗੜਵਾ, ਪ੍ਰੀਤ ਤਾਂ ਮੇਰੀ ਗੰਗਾ ਜਲ ਪਾਣੀ। ਮੈਨੂੰ ਯਾਦ ਏ, ਕਦੇ ਕਦੇ ਉਰਮੀ ਨੂੰ ਜਦੋਂ ਪਹਿਲੇ ਵਿਆਹ ਦਾ ਚੇਤਾ ਆ ਜਾਂਦਾ, ਉਹ ਕੁਮਲਾ ਜਿਹਾ ਜਾਂਦੀ ਸੀ, ਪਰ ਫਿਰ ਹੁਲਸ ਕੇ ਗਾਉਣ ਲੱਗ ਪੈਂਦੀ ਸੀ, ਪ੍ਰੀਤ ਤਾਂ ਮੇਰੀ ਸੋਨੇ ਦਾ ਗੜਵਾ। ਗੌਤਮ ਆਖਣ ਲੱਗਾ, ਉਹੀਓ ਉਹਦਾ ਹਾਸਾ, ਉਹੀਓ ਉਹਦੀ ਆਵਾਜ਼, ਕਿ ਅਚਾਨਕ ਕੋਈ ਪਿੱਛੋਂ ਦੀ ਆਇਆ। ਉਹਨੇ ਉਰਮੀ ਨੂੰ ਦਰਿਆ 'ਚ ਧੱਕਾ ਦੇ ਦਿੱਤਾ। ਪਤਾ ਨਹੀਂ ਕੌਣ ਸੀ, ਅੱਧਾ ਮਨੁੱਖ ਜਿਹਾ, ਅੱਧਾ ਬੈਲ ਜਿਹਾ। ਮੈਂ ਉਰਮੀ ਨੂੰ ਫੜਨ ਲਈ ਉਹਦੇ ਪਿੱਛੇ ਦਰਿਆ 'ਚ ਛਾਲ ਮਾਰ ਦਿੱਤੀ। ਮੈਨੂੰ ਯਾਦ ਆਇਆ, ਮੈਂ ਜਦੋਂ ਗੌਤਮ ਨੂੰ ਜਗਾਇਆ ਸੀ, ਉਹਨੇ ਪਹਿਲੀ ਗੱਲ ਆਖੀ ਸੀ, ਮੈਂ ਇੱਥੇ ਕੰਢੇ 'ਤੇ ਕਿਸ ਤਰ੍ਹਾਂ ਆ ਗਿਆ। ਉਸ ਵੇਲੇ ਸ਼ਾਇਦ ਉਹਨੂੰ ਇਹੋ ਸੁਪਨਾ ਆਉਂਦਾ ਪਿਆ ਸੀ। ਕਹਿੰਦਾ ਹੁੰਦਾ ਸਨ ਕਿ ਤੈਨੂੰ ਸਮੁੰਦਰ ਰਿੜਕ ਕੇ ਲੱਭ ਲਵਾਂਗਾ। ਗੌਤਮ ਨੇ ਹਿਰਾਸ ਕੇ ਆਖਿਆ, ਖੌਰੇ ਉਹੀਓ ਖਿਆਲ ਮਨ 'ਚ ਸੀ, ਅਤੇ ਸੁਪਨੇ 'ਚ ਉਹਨੂੰ ਦਰਿਆ 'ਚ ਲੱਭਦਾ ਰਿਹਾ। ਤੂੰ ਜਦੋਂ ਮੈਨੂੰ ਜਗਾਇਆ ਅਤੇ ਮੈਨੂੰ ਕਿੰਨਾ ਚਿਰ ਗਲ ਦੇ ਕੱਪੜੇ ਇਸ ਤਰ੍ਹਾਂ ਗਿੱਲੇ ਲੱਗਦੇ ਰਹੇ ਜਿਵੇਂ ਦਰਿਆ ਦਾ ਪਾਣੀ ਅਜੇ ਵੀ, ਅਤੇ ਗੌਤਮ ਦੀਆਂ ਅੱਖਾਂ ਭਰ ਆਈਆਂ। ਇਹ ਅੱਖਾਂ 'ਚ ਭਰਨ ਵਾਲਾ ਪਾਣੀ ਸ਼ਾਇਦ ਉਸੇ ਨਦੀ ਨਾਲੇ ਦਾ ਪਾਣੀ ਹੈ ਜਿਹਦੇ 'ਚ ਉਰਮੀ ਦੀ ਲਾਸ਼ ਤਰਦੀ ਪਈ ਹੈ। ਅੰਤਕਾ, ਅੱਗ, ਹਵਾ, ਸੂਰਜ, ਸਰੀਰ, ਆਤਮਾ, ਇਹ ਸਾਰੇ ਅਰਥ ਕ ਦੇ ਹਨ, ਅਤੇ ਇਹਨਾਂ ਦੇ ਵਾਜਿਆਂ ਜਾਣਾ, ਇਹਨਾਂ ਦੇ ਰੋਹਿਤ ਹੋ ਜਾਣਾ ਅੱਕ ਹੈ। ਇਹਨਾਂ ਤੋਂ ਵਾਂਝਿਆ ਜਾਣਾ, ਇਹਨਾਂ ਤੋਂ ਰਹਿਤ ਹੋ ਜਾਣਾ ਅੱਕ ਹੈ। ਮੈਂ ਅਤੇ ਗੌਤਮ ਇਹੀ ਅੱਕ ਝੱਬਦੇ ਅੱਕ ਦੇ ਪੱਤਿਆਂ ਵਾਂਗ ਹੋ ਗਏ ਹਾਂ, ਸੱਚ ਵਰਗੇ ਕੌੜੇ। ਅੱਕ ਦਾ ਬੂਟਾ ਬੀਜਣ ਲਈ ਧਰਤੀ ਤਾਂ ਲੱਭੀ ਨਹੀਂ ਸੀ, ਅਸੀਂ ਛਾਤੀ 'ਚ ਬੀਜ ਲਿਆ। ਧੰਨਵਾਦ।